ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਮਨਦੀਪ ਕੌਰ ਸਿੱਧੂ। ਅੱਜ मैं अपने फेसबुक पेज तो एक बार फिर लाइव हाँ। बहुत दिन हो गए मैं लाइव नहीं आई, बट ਅੱਜ ਮੇਰਾ ਮਨ ਸੀ ਕਿ ਮੈਂ ਲਾਈਵ ਹੋਵਾਂ। ਅੱਜ ਮੈਂ ਆ ਫਾਜ਼ਿਲਕਾ ਦੇ ਵਿੱਚ ਤੇ ਅਸੀਂ ਇੱਥੇ ਆ ਫੋਰੈਸਟ ਵਿਊ ਫਾਰਮ ਸਟੇ ਦੇ ਵਿੱਚ। ਸੋ ਪੰਜਾਬ ਦੇ ਵਿੱਚ ਬਹੁਤ ਜ਼ਰੂਰਤ ਆ ਕਿ ਅਸੀਂ ਕੋਈ ਨਾ ਕੋਈ ਜਿਹੜਾ ਕਿ ਨਵਾਂ ਕਿੱਤਾ ਸਾਹਮਣੇ ਲੈ ਕੇ ਆਈਏ ਤੇ ਨਾਲ ਹੀ ਅਸੀਂ ਆਪਣੇ ਏਰੀਆ ਦੇ ਵਿੱਚ ਜਿਹੜੀ ਆ ਉਹ ਇੰਪਲੋਇਮੈਂਟ ਜਨਰੇਟ ਕਰੀਏ। ਸੋ ਫਾਜ਼ਿਲਕਾ ਮੈਂ ਪਹਿਲਾਂ ਵੀ ਬਹੁਤ ਵਾਰ ਆ ਚੁੱਕੀ ਹਾਂ ਹੁਣ, ਤੇ ਰੀਸੈਂਟਲੀ ਮੈਨੂੰ ਮੇਰੇ ਇੱਕ ਨੋਨ ਤੋਂ ਪਤਾ ਲੱਗਾ ਕਿ ਇੱਥੇ ਫੋਰੈਸਟ ਵਿਊ ਰਿਜ਼ੋਰਟ ਆ, ਫੋਰੈਸਟ ਵਿਊ ਫਾਰਮ ਸਟੇ ਆ ਜਿਹੜਾ ਕਿ ਬਸ ਥੋੜੇ ਹੀ ਵੀਕਸ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ। ਸੋ ਮੇਰਾ ਮਨ ਸੀ ਕਿ ਮੈਂ ਇੱਥੇ ਵਿਜ਼ਿਟ ਕਰਾਂ, ਕਿਉਂਕਿ ਪਿੰਡਾਂ ਦੇ ਵਿੱਚ ਰੂਰਲ ਲੋਕੇਸ਼ਨ ਦੇ ਵਿੱਚ ਜਦੋਂ ਅਸੀਂ ਉੱਥੋਂ ਕੋਈ ਚੀਜ਼ ਜਿਹੜੀ ਬਣਾ ਕੇ ਦੁਨੀਆ ਨੂੰ ਆਪਣੇ ਵੱਲ ਅਟਰੈਕਟ ਕਰਦੇ ਆ ਤੇ ਉਹ ਚੀਜ਼ ਮੈਨੂੰ ਵੀ ਬੜੀ ਅਟਰੈਕਟ ਕਰਦੀ। ਸੋ ਜਿਵੇਂ ਕਿ ਮੇਰੀ ਖੁਦ ਦੀ IT ਕੰਪਨੀ ਆ, ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ ਗਲੋਬਲ ਕਸਟਮਰਸ ਨੂੰ ਸਰਵ ਕਰਦੇ ਆ। ਅਸੀਂ ਕੈਨੇਡਾ, US, ਆਸਟ੍ਰੇਲੀਆ ਦੇ ਕਸਟਮਰਸ ਨੂੰ ਸਰਵ ਕਰਦੇ ਆ ਇੱਕ ਪਿੰਡ ਵਿੱਚ ਰਹਿੰਦੇ ਹੋਏ। ਸੋ ਅੱਜ ਅਸੀਂ ਗੱਲ ਕਰਾਂਗੇ ਫੋਰੈਸਟ ਵਿਊ ਫਾਰਮ ਸਟੇ ਦੇ ਓਨਰ ਦੇ ਨਾਲ ਤੇ ਜਾਣਾਂਗੇ ਕਿ ਉਹਨਾਂ ਦੇ ਇਸ ਆਈਡੀਆ ਦੇ ਪਿੱਛੇ ਕੀ ਹੈ। ਤੇ ਇਟ ਇਜ਼ ਅ ਬਿਊਟੀਫੁਲ ਪਲੇਸ। ਮੈਨੂੰ ਪਤਾ ਸਾਰਿਆਂ ਨੂੰ ਹਮੇਸ਼ਾ ਜਦੋਂ ਅਸੀਂ ਹੌਲੀਡੇਜ਼ ਲਈ ਜਾਣਾ ਹੁੰਦਾ, ਇੱਕ ਦਿਨ 2 ਦਿਨ ਹਫਤਾ, ਤੇ ਸੋਚਦੇ ਕਿ ਅਸੀਂ ਕਿੱਥੇ ਜਾਈਏ, ਬਟ ਆਈ ਥਿੰਕ ਕਿ ਆਪਣਾ ਵੀਕਐਂਡ ਸਪੈਂਡ ਕਰਨ ਲਈ ਦਿਸ ਇਜ਼ ਵਨ ਆਫ ਦਾ ਅਨਦਰ ਫਾਰਮ ਸਟੇ ਇਨ ਪੰਜਾਬ ਕਿ ਜਿੱਥੇ ਅਸੀਂ ਆਪਣਾ ਵੀਕਐਂਡ ਅੱਛਾ ਸਪੈਂਡ ਕਰ ਸਕਦੇ ਹਾਂ। ਮੈਂ ਖੁਦ ਵੀ ਹੋਰ ਵੀ ਫਾਰਮ ਸਟੇਜ਼ ਜਿਹੜੇ ਆ ਉਹ ਮੈਂ ਵਿਜ਼ਿਟ ਕੀਤੇ ਪੰਜਾਬ ਦੇ ਵਿੱਚ, ਬਟ ਦਿਸ ਇਜ਼ ਸਮਥਿੰਗ ਜਿਹੜਾ ਮੈਂ ਦੇਖਿਆ ਕਿ ਬਾਕੀ ਫਾਰਮ ਸਟੇਜ਼ ਨਾਲੋਂ ਕਾਫੀ ਵੱਡਾ ਫਾਰਮ ਸਟੇ ਹੈ ਐਂਡ ਦ ਓਨਰ ਇਜ਼ ਰੀਅਲੀ ਨਾਈਸ। ਬਾਕੀ ਤੁਹਾਨੂੰ ਪਤਾ ਕਿ ਫਾਜ਼ਿਲਕਾ ਤੇ ਰਾਜਸਥਾਨ ਦੇ ਦੋਨੋਂ ਕੋਲ ਲੱਗਦੇ ਨੇ ਤੇ ਇੱਥੋਂ ਦੀ ਬੋਲੀ ਬੜੀ ਵਧੀਆ ਹੈ ਤੇ ਇੱਥੋਂ ਦੇ ਲੋਕ ਬੜੇ ਡਿਫਰੈਂਟ ਆ। ਸੋ ਮੇਰੇ ਨਾਲ ਹੈਗੇ ਨੇ ਨਰਿੰਦਰ ਜੀ ਤੇ ਆਪਾਂ ਇਹਨਾਂ ਨਾਲ ਅੱਜ ਕਰਾਂਗੇ। ਤੇ ਥੈਂਕ ਯੂ ਸੋ ਮਚ, ਤੁਸੀਂ ਸਾਰੇ ਸਵੇਰੇ 7 ਵਜੇ ਮੇਰੇ ਨਾਲ ਜੁੜੇ ਹੋ ਤੇ ਅਲੱਗ-ਅਲੱਗ ਕੰਟਰੀਜ਼ ਤੋਂ ਮੇਰੇ ਨਾਲ ਤੁਸੀਂ ਜੁੜੇ ਹੋਣਗੇ। ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਤੁਸੀਂ ਜੁੜੇ ਹੋਗੇ, ਇੰਡੀਆ ਦੇ ਵਿੱਚ ਜੁੜੇ ਹੋਗੇ ਤੇ ਡੈਫੀਨੇਟਲੀ ਇਟ ਇਜ਼ ਅ ਮਸਟ ਵਿਜ਼ਿਟ ਪਲੇਸ। ਤੇ ਮੈਂ ਤੁਹਾਨੂੰ ਹੁਣ ਸਾਰਾ ਅੰਦਰ ਦਾ ਵਿਊ ਜਿਹੜਾ ਇੱਥੋਂ ਦਿਖਾਵਾਂਗੀ। ਸੋ ਦਿਸ ਇਜ਼ ਦ ਐਂਟਰੀ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਇਹ ਹਜੇ ਸ਼ੁਰੂ ਨਹੀਂ ਹੋਇਆ। ਅਸੀਂ ਇਹਨਾਂ ਦੇ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਹੈ, ਆਪਣਾ ਇੱਕ ਬਿਜ਼ਨਸ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਲੋਕੇਸ਼ਨ ਦੇ ਵਿੱਚ, ਉਹਨੂੰ ਅਸੀਂ ਐਨਕਰੇਜ ਕਰਨਾ ਹੈ। ਕਿਉਂਕਿ ਜਦੋਂ ਸਾਡੇ ਕੋਲ ਪੈਸੇ ਹੁੰਦੇ ਨਾ, ਅਸੀਂ ਸ਼ਹਿਰ ਦੇ ਵਿੱਚ ਵੀ ਬਿਜ਼ਨਸ ਖੋਲ ਸਕਦੇ ਹਾਂ, ਅਸੀਂ ਬਾਹਰ ਵੀ ਬਿਜ਼ਨਸ ਖੋਲ ਸਕਦੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਸਕਦੇ ਹਾਂ। ਪਰ ਐਸੇ ਪੇਰੈਂਟਸ ਜਿਨ੍ਹਾਂ ਨੇ ਇਹ ਚੁਣਿਆ ਕਿ ਉਹਨਾਂ ਨੇ ਆਪਣੇ ਜੱਦੀ ਪੁਸ਼ਤੀ ਜਗ੍ਹਾ ਦੇ ਉੱਤੇ ਹੀ ਕੁਝ ਕਰਨਾ ਹੈ ਤੇ ਉੱਥੇ ਲੋਕਾਂ ਨੂੰ ਅਟਰੈਕਟ ਕਰਨਾ ਹੈ, ਇਟ ਇਜ਼ ਅ ਬਿਗ ਥਿੰਗ। ਇਹ ਵੱਡੀ ਗੱਲ ਆ। ਸੋ ਅਸੀਂ ਇੱਥੇ ਐਂਟਰੀ ਕਰ ਚੁੱਕੇ ਹਾਂ ਕਿਉਂਕਿ ਬਾਹਰ ਥੋੜਾ ਜਿਹਾ ਸ਼ੋਰ ਆ। ਸੋ ਮੈਂ ਚਾਹਨੀ ਕਿ ਆਪਾਂ ਅੰਦਰ ਜਾ ਕੇ ਗੱਲ ਕਰੀਏ। ਸੋ ਨਰਿੰਦਰ ਜੀ, ਵੈਲਕਮ ਟੂ ਮਾਈ ਪੇਜ। ਤੇ ਸਰ ਬਹੁਤ ਹੀ ਜੋਲੀ ਹੈਗੇ ਨੇ, ਰਾਈਟ? ਸੋ ਸਰ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਤੁਹਾਨੂੰ ਇਹ ਆਈਡੀਆ ਕਿਵੇਂ ਆਇਆ? अरे मैम, आई वॉज 50। मैं अपने बच्चे ਦਾ ਹਾਇਰ ਐਜੂਕੇਸ਼ਨ ਉਸੇ ਚੰਡੀਗੜ੍ਹ ਸ਼ਿਫਟ ਕਰ ਗਿਆ ਸੀ ਜੀ। ਤੇ ਬੇਟੀ ਤੇ BDS ਕਰ ਲਈ, ਬੇਟਾ ਕਹਿੰਦੇ ਮੈਂ ਅਬਰੋਡ ਜਾਣਾ ਤੇ ਪੇਰੈਂਟਸ ਮੇਰੇ 70s ਏਜ ਦੇ ਨੇ, ਦੇ ਲਿਵਿੰਗ ਅਲੋਨ ਇਨ ਦਾ ਵਿਲੇਜ। ਤੇ ਮੈਂ ਸੋਚਿਆ ਪਰਿਵਾਰ ਇਕੱਠਾ ਰਵੇ ਤੇ ਲੋਕਲ ਪਿੰਡ ਦੇ ਵਿੱਚ ਸਾਡੀ ਕੋਠੀਆਂ ਬਣੀਆਂ ਨੇ, ਘਰ ਨੇ, ਉਹਨਾਂ ਆਬਾਦ ਰੱਖਣ ਦਾ ਇੱਕ। ਓਕੇ, ਠੀਕ। ਆਪਾਂ ਥੋੜਾ ਜਿਹਾ ਅੰਦਰ ਜਾਂਦੇ। ਸੋ ਦਿਸ ਇਜ਼ ਦ ਪਾਰਕਿੰਗ। ਇਹ ਪਾਰਕਿੰਗ ਏਰੀਆ ਠੀਕ ਹੈ। ਸੋ ਆਪਾਂ ਇੱਥੇ ਐਂਟਰ ਕਰ ਚੁੱਕੇ ਆ ਤੇ ਅੱਜ ਮੌਸਮ ਬਹੁਤ ਹੀ ਵਧੀਆ ਹੈ। ਵਿਊ ਦੇਖੋ ਕਿੰਨਾ ਵਧੀਆ, ਸਕਾਈ ਇੰਨਾ ਕਲੀਅਰ ਆ ਕਿ ਬਲੂ ਦੇ ਉੱਤੇ ਵਾਈਟ ਸਾਨੂੰ ਕਲਾਊਡ ਦਿਖ ਰਹੇ ਨੇ। ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸਣਾ ਚਾਹੁੰਦੀ ਕਿ ਇਹਦੀ ਹਜੇ ਓਪਨਿੰਗ 21 ਨੂੰ ਹੈਗੀ ਆ, 21 ਅਕਤੂਬਰ ਨੂੰ। ਸੋ ਦੇ ਆਰ ਆਲ ਪ੍ਰੀਪੇਅਰਿੰਗ ਫॉर ਇਟ। ਐਵਰੀਥਿੰਗ ਜਿਹੜਾ ਹਰ ਚੀਜ਼ ਜਿਹੜੀ ਉਹ ਫਿਨਿਸ਼ਿੰਗ ਟੱਚਸ ਤੇ ਚੱਲ ਰਹੀ ਆ। ਮੈਂ ਵੇਖਿਆ ਕਿ ਕੱਲ੍ਹ ਹੀ ਇਹਨਾਂ ਦੇ ਹੋਰ ਵੀ ਐਡੀਸ਼ਨਲ ਜਿਹੜੇ ਕੁੱਕ ਇੱਥੇ ਪਹੁੰਚੇ ਨੇ ਐਂਡ ਵੀ ਟਰਾਈਡ ਫੂਡ ਆਲਸੋ। ਹਾਂਜੀ, ਸੋ ਵਾਟ ਇਜ਼ ਨੈਕਸਟ?
ਦਿਸ ਇਜ਼ ਫਾਰਮ ਹਾਊਸ ਮੈਮ, ਓਕੇ ਜਿਹਨੂੰ ਨਾਲ ਆਪਾਂ ਅਟੈਚ ਕਰਕੇ ਸਾਰੀ ਚੀਜ਼ਾਂ ਬਣਾਈਆਂ ਨੇ, ਹਾਂ ਹਾਂ ਜਿਹੜੇ ਕਿ ਆਪਣੇ ਪਬਲਿਕ ਨੂੰ ਓਕੇ 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 ਸੋ ਵੀ ਆਰ ਗੋਇੰਗ ਦਿਸ ਸਾਈਡ ਐਂਡ ਦਿਸ ਇਜ਼ ਥਾਲੀ ਕਾਊਂਟਰ। ਓਕੇ These ਸੋ all ਮੈਂ ਪੁੱਛਣਾ ਸੀ ਕਿ ਕਿੰਨੇ ਇੱਥੇ ਸਾਡੇ ਕੋਲ ਲੋਕੇਸ਼ਨਸ ਆ ਕਿ ਵਨ ਟਾਈਮ ਅਲੱਗ-ਅਲੱਗ ਪਾਰਟੀਆਂ ਵੀ ਹੋ ਸਕਦੀਆਂ ਜਾਂ ਫੈਮਿਲੀ ਵੀ ਐਡਜਸਟ ਕਰ ਫੈਮਿਲੀ ਗੈਟ ਟੂਗੇਦਰ ਘੱਟ ਤੋਂ ਘੱਟ 5 ਜਾਂ 6 ਡਿਫਰੈਂਟ ਤੇ ਕਿੰਨੇ ਏਰੀਆ 'ਚ ਬਣਿਆ? ਇਹ 5.5 ਏਕੜ ਚ ਹੋਣਾ ਹੈ। 5.5 ਏਕੜ 'ਚ ਬਣਿਆ, ਹਾਂ ਠੀਕ। ਐਂਡ ਆਲਮੋਸਟ ਹੀ ਸੈਡ ਕਿ ਛੋਟੇ ਛੋਟੇ ਬੜੀਆਂ ਅੱਛੀਆਂ ਸਪੇਸਿਸ ਹੈਗੀਆਂ, ਕਿਸੇ ਨੇ ਆਪਣੀ ਪ੍ਰਾਈਵੇਟ ਪਾਰਟੀ ਕਰਨੀ ਆ ਉਹ ਵੀ ਕਰ ਸਕਦੇ ਨੇ। ਐਂਡ ਐਨੀ ਟਾਈਪ ਆਫ ਫੰਕਸ਼ਨ, ਛੋਟੀ ਗੈਦਰਿੰਗ ਵੱਡੀ ਗੈਦਰਿੰਗ, ਬਿਕੋਜ਼ ਏਰੀਆ ਜਿਹੜਾ ਬੜਾ ਵਾਸਟ ਹੈ। ਇਹ ਕਿਡ ਸੈਕਸ਼ਨ ਇੱਥੇ ਬਣਾਇਆ ਬੜਾ ਅੱਛਾ ਸੀ। ਹਜੇ ਕੁਝ ਵੀ ਯੂਜ਼ ਨਹੀਂ ਹੋ ਰਿਹਾ ਬਿਕੋਜ਼ ਹਜੇ ਇਹਨਾਂ ਨੇ ਸ਼ੁਰੂ ਨਹੀਂ ਕੀਤਾ, ਦੇ ਆਰ ਆਲ ਐਟ ਫਿਨਿਸ਼ਿੰਗ ਮੋਡ ਦੇ ਵਿੱਚ ਚੱਲ ਰਿਹਾ। ਸੋ ਦਿਸ ਇਜ਼ ਦ ਏਰੀਆ ਫॉर द ਕਿਡਸ। ਸੋ ਫਾਜ਼ਿਲਕਾ ਦੇ ਵਿੱਚ ਅਸੀਂ ਆਏ ਆ ਐਂਡ ਕੱਲ ਸ਼ਾਮ ਦਾ ਵੀ ਆਰ ਇੰਜੋਇੰਗ ਅ ਲੋਟ, ਕਿਉਂਕਿ ਬਿਊਟੀ ਅਟਰੈਕਟ ਸੋ ਮਚ। ਸੋ ਇੱਥੇ ਥੋੜਾ ਜਿਹਾ ਸ਼ੋਰ ਹੈ ਬਿਕੋਜ਼ ਵੀ ਆਰ ਨੀਅਰ ਟੂ ਦ ਰੋਡ, ਬਟ ਜਿਵੇਂ ਜਿਵੇਂ ਅਸੀਂ ਅੰਦਰ ਜਾਂਦੇ ਜਾਂਦੇ ਆ ਇਟ ਇਜ਼ ਵੈਰੀ ਵੈਰੀ ਸਾਇਲੈਂਟ ਪਲੇਸ, ਬੜੀ ਸਾਇਲੈਂਸ ਹੈ ਇੱਥੇ। ਅੱਗੇ ਅਜੇ ਬਹੁਤ ਕੁਛ ਹੈ, ਮੈਂ ਤੁਹਾਨੂੰ ਸਿਰਫ 5% ਹਜੇ ਦਿਖਾਇਆ। ਯੈਸ ਰੈਸਟੋਰੈਂਟ ਵੀ ਆ, ਕੁਸ਼ਲ ਗਰਗ ਜੀ ਮੈਨੂੰ ਪੁੱਛ ਰਹੇ, ਰੈਸਟੋਰੈਂਟ ਹੈ, ਹਰ ਚੀਜ਼ ਇੱਥੇ ਹੈਗੀ ਹੈ ਬਈ। ਸੋ ਲੋਕੇਸ਼ਨ ਇਟ ਇਜ਼ ਨੈਸ਼ਨਲ ਹਾਈਵੇ 7 ਰਾਈਟ, ਤੇ ਇਹਦੇ ਅੱਗੇ ਤੇ ਪਿੱਛੇ ਕੀ? ਅਬੋਹਰ ਤੇ ਫਾਜ਼ਿਲਕਾ। ਅਬੋਹਰ ਤੇ ਫਾਜ਼ਿਲਕਾ ਦੇ ਵਿੱਚ ਜੇ। ਸੋ ਹੁਣ ਅਸੀਂ ਇੱਕ ਹੋਰ ਹਾਲ ਦੇਖਣ ਜਾ ਰਹੇ। ਦਿਸ ਇਜ਼ ਅਨਦਰ ਹਾਲ, ਇਹ ਵੀ ਪਾਰਟੀਜ਼ ਬਸ। ਇਟ ਇਜ਼ ਅ ਜਨਰਲ ਰੈਸਟੋਰੈਂਟ। ਜਨਰਲ ਰੈਸਟੋਰੈਂਟ, ਹਾਂ। ਹਾਂ ਜਦੋਂ ਮੈਂ ਇੱਥੇ ਆਈ ਤੇ ਮੈਂ ਨਾ ਦੇਖਿਆ ਕਿ ਬਹੁਤ ਸਾਰੇ ਪੱਤੇ ਬੜੇ ਬਹੁਤ ਜ਼ਿਆਦਾ ਟਰੀਜ਼ ਤੋਂ ਡਿੱਗ ਡਿੱਗ ਕੇ ਥੱਲੇ ਡਿੱਗੇ, ਤੇ ਮੈਂ ਇਹਨਾਂ ਨੂੰ ਆਪ ਵੀ ਕਿਹਾ ਤੇ ਇਹਨਾਂ ਨੇ ਮੈਨੂੰ ਖੁਦ ਵੀ ਕਿਹਾ ਕਿ ਇਹਨਾਂ ਨੂੰ ਨਹੀਂ ਅਸੀਂ ਚੁੱਕਣਾ, ਕਿਉਂਕਿ ਪੰਜਾਬ ਦੇ ਵਿੱਚ ਜਾਂ ਸਾਡੇ ਘਰਾਂ ਦੇ ਵਿੱਚ ਕੀ ਹੁੰਦਾ, ਜਦੋਂ ਪੇੜ ਤੋਂ 7-8 ਪੱਤੇ ਵੀ ਡਿੱਗ ਜਾਣ ਨਾ ਤੇ ਮੰਮਾ ਨੂੰ ਵੀ ਲੱਗਦਾ ਕਿ ਇਹ ਵਿਹੜਾ ਮੇਰਾ ਖਰਾਬ ਹੋ ਗਿਆ, ਇਹਨੂੰ ਝਾੜੂ ਮਾਰ ਕੇ ਸਾਫ਼ ਕਰ ਦੋ। ਬਟ ਇਹ ਕਿ ਫਿਰ ਅਸੀਂ ਬਾਹਰ ਆ ਕੇ ਨੈਚੁਰਲ ਚੀਜ਼ਾਂ ਜਿਹੜੀਆਂ ਉਹ ਭਾਲਦੇ ਹਾਂ। ਸੋ ਆਈ ਥਿੰਕ ਕਿ ਜਿਹੜੀ ਚੀਜ਼ ਨੈਚੁਰਲ ਆ, ਸਪੈਸ਼ਲੀ ਫਲਾਵਰਸ ਆ, ਲੀਵਸ ਆ, ਟਰੀਜ਼ ਆ, ਜੇ ਉਹਨਾਂ ਦੀ ਕੋਈ ਵੀ ਪਾਰਟ ਥੱਲੇ ਡਿੱਗਾ ਹੁੰਦਾ ਤੇ ਉਹ ਸਗੋਂ ਸੋਹਣਾ ਹੀ ਲੱਗਦਾ ਹੈ। ਸਾਨੂੰ ਉਸੇ ਵੇਲੇ ਉਹਨੂੰ ਕਲੀਨ ਤੇ ਫਰਸ਼ ਨੀਟ ਐਂਡ ਕਲੀਨ ਕਰਨ ਦੀ ਜ਼ਰੂਰਤ ਨਹੀਂ ਆ। ਸੋ ਇੱਥੇ ਸਾਰੀ ਹੀ ਲੋਕੇਸ਼ਨ ਇਦਾਂ ਦੀ ਹੀ ਆ ਕਿ ਬਹੁਤ ਸਾਰੇ ਲੀਵਸ ਆ ਥੱਲੇ। ਐਂਡ ਅੱਗੇ ਜਾ ਕੇ ਮੈਂ ਤੁਹਾਨੂੰ ਕੁਆਟਰ ਦਿਖਾਵਾਂਗੀ, ਮਡ ਹਾਊਸ ਤੇ ਟੈਂਟ ਹਾਊਸ ਦਿਖਾਵਾਂਗੀ ਕਿ ਜਿੱਥੇ ਮੈਂ ਖੁਦ ਸਟੇ ਕੀਤਾ ਕੱਲ। ਐਂਡ ਦਿਸ ਇਜ਼ ਅਨਦਰ ਪ੍ਰਾਈਵੇਟ ਪਾਰਟੀ ਪਲੇਸ ਜੋ ਕਿਸੇ ਨੇ ਬੈਠ ਕੇ ਇੱਥੇ। ਐਂਡ ਦਿਸ ਇਜ਼ ਅ ਰੂਫ, ਇਟ ਇਜ਼ ਵੈਰੀ ਡਿਫਰੈਂਟ। ਸੋ ਨਰਿੰਦਰ ਜੀ ਮੈਨੂੰ ਦੱਸੋ ਕਿ ਕੌਣ ਇੱਥੇ ਆ ਕੇ ਰਹਿ ਸਕਦੇ ਨੇ, ਮਤਲਬ what is in your mind ਕਿ ਕਿਸ ਤਰ੍ਹਾਂ ਦੇ ਕਸਟਮਰਸ ਤੁਹਾਡੇ ਹੋਣਗੇ ਜਾਂ ਕਿੱਦਾਂ ਦੀਆਂ ਫੈਮਿਲੀਜ਼ ਜਿਹੜੀਆਂ ਕਿ ਉਹ ਇੱਥੇ ਆ ਕੇ ਸੋਚ ਸਕਦੇ ਕਿ ਇੱਥੇ ਆ ਕੇ ਉਹ ਰਹਿਣ ਤੇ 2 ਦਿਨ ਇੰਜੋਏ ਕਰਨ। ਜਿਹੜੇ ਆਪਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਤੇ ਉਹਨਾਂ ਨਾਲ ਬਿਜ਼ਨਸ ਦੇ ਇਲਾਵਾ ਇਕੱਲੇ ਬਹਿ ਕੇ ਇੱਥੇ ਆਪਦੀ ਲਾਈਫ ਨੂੰ ਇੰਜੋਏ ਕਰਨ। ਕਿਡਸ ਆਪਦੀ ਗੇਮਸ ਖੇਡਣ, ਲੇਡੀਜ਼ ਆਪਦੀ ਲੇਡੀਜ਼ ਸੰਗੀਤ, ਮਹਿੰਦੀ, ਹਾਰਸ ਰਾਈਡਿੰਗ, ਕੈਮਲ ਰਾਈਡਿੰਗ, ਸਾਈਕਲਿੰਗ, whatever they want। ਤੇ ਜੈਂਟਸ ਨੂੰ ਪਤਾ ਹੈ ਮੋਸਟ ਪੀਪਲ ਡਰਿੰਕ ਪਸੰਦ ਹੈ, ਦੇ ਇੰਜੋਏ देयर ਡਰਿੰਕਸ। ਹਾਂ ਠੀਕ ਹੈ। ਸੋ ਹੀ ਮੈਨੂੰ ਬੜਾ ਅੱਛਾ ਲੱਗਾ ਕਿ ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਕਿ ਤੁਹਾਡੇ ਮਾਈਂਡ 'ਚ ਕੀ ਜਦੋਂ ਤੁਸੀਂ ਇਹ ਸ਼ੁਰੂ ਕੀਤਾ। ਸੋ ਹੀ ਸੈਡ ਕਿ ਲੋਕਾਂ ਦੀ ਲਾਈਫ ਨਾ ਬੜੀ ਬਿਜ਼ੀ, ਬੜੀ ਤੇਜ਼ ਹੋਈ ਜਾ ਰਹੀ ਆ। ਐਂਡ ਮੈਂ ਇਹੋ ਜਿਹੀ ਪਲੇਸ ਬਣਾਉਣਾ ਚਾਹੁੰਦਾ ਕਿ ਜਿੱਥੇ ਪੂਰੀ ਫੈਮਿਲੀ ਆਵੇ, ਬੱਚਿਆਂ ਲਈ ਵੀ ਕੁਝ ਹੋਵੇ, ਵਾਈਫ ਲਈ ਵੀ ਕੁਝ ਨਾ ਕੁਝ ਹੋਵੇ, ਹਸਬੈਂਡ ਲਈ ਕੁਝ ਨਾ ਕੁਝ ਹੋਵੇ। ਸੋ ਦੇ ਹੈਵ ਲੋਟ ਆਫ ਐਕਟੀਵਿਟੀਜ਼। ਤੁਸੀਂ ਮਹਿੰਦੀ ਲਗਵਾਉਣੀ ਆ, ਤੁਸੀਂ ਹਾਰਸ ਰਾਈਡਿੰਗ ਕਰਨੀ ਆ, ਤੁਸੀਂ ਪਿੰਡ ਵਿਜ਼ਿਟ ਕਰਨਾ। ਸਾਡੇ ਪੰਜਾਬੀ ਜਿਹੜੇ ਉਹ ਬਹੁਤ ਅਲੱਗ-ਅਲੱਗ ਕੰਟਰੀਜ਼ 'ਚ ਰਹਿ ਰਹੇ ਨੇ, ਡਿਫਰੈਂਟ ਸਿਟੀਜ਼ ਦੇ ਵਿੱਚ ਰਹਿ ਰਹੇ ਨੇ, ਤੇ ਉਹ ਉਹਨਾਂ ਦੇ ਬੱਚੇ ਜਿਹੜੇ ਬਹੁਤ ਕੁਝ ਮਿਸ ਕਰੀ ਜਾ ਰਹੇ ਨੇ। ਸੋ ਸਪੈਸ਼ਲੀ ਨਰਿੰਦਰ ਜੀ ਨੇ ਕਿਹਾ ਹੈ ਕਿ ਜੋ ਉਹ ਮਿਸ ਕਰਦੇ ਆ ਉਹ ਅਸੀਂ ਇੱਥੇ ਜਿਹੜਾ ਉਹ ਕੰਪਲੀਟ ਕਰਾਂਗੇ। ਐਂਡ ਸਾਡੇ ਸਪੋਰਟ ਨਾਲ ਹੀ ਪੰਜਾਬ ਜਿਹੜਾ ਉਹ ਅੱਗੇ ਵਧੇਗਾ। ਤੇ ਸਾਨੂੰ ਜਿਹੜੀ ਇਹ ਇਨਕਰੇਜ ਕਰਨੀ ਚਾਹੀਦੀ ਇਹ ਚੀਜ਼, ਸਾਨੂੰ
ਮੈਂ ਇਹ ਨਹੀਂ ਕਹਿ ਰਹੀ ਕਿ ਬਿਕੋਜ਼ ਕਿ ਕਿਸੇ ਨੇ ਬਿਜ਼ਨਸ ਖੋਲਿਆ ਤੇ ਅਸੀਂ ਉਹਦੇ ਕਸਟਮਰ ਬਣ ਜਾਈਏ ਜਾਂ ਕਸਟਮਰ ਵਧਾ ਦਈਏ। ਇਹ ਸਾਡੀ ਇੱਕ ਮੋਰਲ ਡਿਊਟੀ ਆ ਕਿ ਜੇ ਸਾਡੇ ਪੰਜਾਬ ਦੇ ਵਿੱਚ ਕੋਈ ਚੀਜ਼ ਬਣਾ ਰਿਹਾ ਜਾਂ ਸਾਡੇ ਪੰਜਾਬ ਨੂੰ ਅੱਗੇ ਲੈ ਕੇ ਆ ਰਿਹਾ, ਜਿਹੜਾ ਕਿ ਆਪਣੇ ਪੈਸੇ ਨਾਲ ਕੋਈ ਹੋਰ ਵੀ ਕੰਮ ਕਰ ਸਕਦਾ ਹੈ, ਗੱਡੀਆਂ ਦਾ ਸ਼ੋਰੂਮ ਪਾ ਸਕਦਾ ਹੈ, ਉਹ ਆਪਣੇ ਜਿਹੜੇ ਉਹਦੇ ਜੇ 100 ਕਿੱਲੇ ਆ ਤੇ 100 ਹੋਰ ਲੈ ਸਕਦਾ ਮਿਹਨਤ ਕਰਕੇ, ਬਟ ਉਹ ਫਿਰ ਵੀ ਇਹ ਸੋਚਦਾ ਕਿ ਮੈਂ ਕੋਈ ਇਹੋ ਜਿਹਾ ਬਿਜ਼ਨਸ ਕਰਾਂ ਕਿ ਜਿਹਦੇ ਨਾਲ ਸਾਡਾ ਕਲਚਰ ਪ੍ਰਮੋਟ ਹੋਵੇ, ਪਲੱਸ ਜਿਹਦੇ ਨਾਲ ਕਿ ਸਾਡੇ ਲੋਕ ਸਾਡੇ ਨਾਲ ਵਾਪਸ ਜੁੜਨ, ਜਿਹਦੇ ਨਾਲ ਇੰਪਲੋਇਮੈਂਟ ਜਨਰੇਟ ਹੋਵੇ, ਇੱਕ ਡਿਫਰੈਂਟ ਆਈਡੀਆ ਨਾਲ ਆਏ। ਤੇ ਆਈ ਥਿੰਕ ਐਵਰੀਬਡੀ ਸ਼ੁੱਡ ਸਪੋਰਟ। ਤੇ ਹਜੇ ਮੈਨੂੰ ਤੇ ਦੇਖੋ ਸਪੈਸ਼ਲ ਪ੍ਰਿਵਿਲੇਜ ਮਿਲੀ, ਮੈਂ ਪਹਿਲਾਂ ਆ ਕੇ ਰਹਿ ਲਿਆ, ਬਟ ਯੂ ਕੈਨ ਕਮ ਆਫਟਰ 21 ਅਕਤੂਬਰ ਕਿਉਂਕਿ ਉਦੋਂ ਇਹਦੀ ਓਪਨਿੰਗ ਆ। ਸੋ ਵੀ ਹੈਵ ਅਨਦਰ ਹਾਲ, ਇਟ ਇਜ਼ ਅ ਬਿਗਰ ਹਾਲ, ਇਹ ਵੱਡਾ ਹਾਲ ਆ। ਸੋ ਯੂ ਕੈਨ ਆਲਸੋ ਮੇਕ ਇਟ ਅ ਡੈਸਟੀਨੇਸ਼ਨ ਪਲੇਸ ਕਿ ਜਿੱਥੇ ਤੁਸੀਂ ਆ ਕੇ ਪਾਰਟੀ ਕਰ ਰਹੇ ਹੋ। ਸੋ ਦਿਸ ਇਜ਼ ਜਸਟ ਅ ਨਾਰਮਲ ਵਿਊ। ਹਜੇ ਜਿਹੜਾ ਇਸ ਤੋਂ ਵੀ ਵਧੀਆ ਲੋਕੇਸ਼ਨਸ ਜਿਹੜੀਆਂ ਉਹ ਅੱਗੇ ਆ, ਵੀ ਆਰ ਅਬਾਊਟ ਟੂ ਐਂਟਰ ਦੈਟ ਪਲੇਸ। ਸੋ ਨਰਿੰਦਰ ਜੀ ਨਾਲ ਕੱਲ ਬੈਠ ਕੇ ਬਹੁਤ ਹੀ ਅੱਛਾ ਲੱਗਾ। ਵੀ ਹੈਡ ਵੈਰੀ ਗੁੱਡ ਫੂਡ ਯੈਸਟਰਡੇ, ਵੈਜ ਨॉन ਵੈਜ ਬੋਥ, ਇਟ ਵਾਸ ਫੈਂਟੈਸਟਿਕ। ਕਿਉਂਕਿ ਕਈ ਵਾਰੀ ਸਾਡੇ ਨਾਲ ਮਨ ਵਿੱਚ ਹੁੰਦਾ ਕਿ ਉੱਥੇ ਚੱਲ ਗਏ ਤੇ ਫੂਡ ਪਤਾ ਨਹੀਂ ਕਿੱਦਾਂ ਦਾ ਹੋਏਗਾ, ਬਟ ਇਹ ਤੇ ਸਾਰਿਆਂ ਨੂੰ ਪਤਾ ਕਿ ਪੰਜਾਬ ਦਾ ਫੂਡ ਤੇ ਵੈਸੇ ਹੀ ਜਿਹੜਾ ਉਹ ਵਧੀਆ। ਸੋ ਵਾਟ ਐਲਸ ਵੀ ਹੈਵ ਫਿਰ ਇੱਥੇ। ਤੁਸੀਂ ਇੱਕ ਵਾਰੀ ਮੈਂ ਸਾਰਿਆਂ ਨੂੰ ਦਿਖਾ ਦਾਂ ਇੱਕ ਵਾਰੀ ਘੁੰਮ ਕੇ, ਹਨਾ। ਸੋ ਨਾਓ ਯੂ ਕੈਨ ਸੀ ਦ ਹੋਲ ਵਿਊ। ਹਾਂਜੀ, ਸੋ ਵੀ ਕੈਨ ਸਟਾਰਟ ਫਰੋਮ ਦਿਸ ਸਾਈਡ। ਸੋ ਤਾਂ ਮੈਂ ਦੇਖੋ ਇੱਕ ਪੇੜ ਦੇ ਵਿੱਚ ਕਿੰਨੇ ਕਲਰ ਫੁੱਲ ਆ ਗਏ, ਇੱਕ ਸਟਿਕ ਦੇ ਵਿੱਚ ਕਿੰਨੇ ਕਲਰ। ਹਾਂ ਯੈਸ, ਓ ਮਾਈ ਗॉड, ਵਾਕਈ। ਸੋ ਇਹ ਰੋਜ਼ਿਸ ਦਾ ਬੂਟਾ ਜੇ ਤੇ ਦੇਖੋ ਪਿੰਕ ਫਲਾਵਰ ਵੀ ਹੈਗਾ ਸੇਮ ਬੂਟੇ 'ਚ, ਯੈਲੋ ਵੀ ਹੈਗਾ ਤੇ ਵਾਈਟ ਵੀ ਹੈਗਾ। ਮੈਂ ਖੁਦ ਇਹ ਚੀਜ਼ ਪਹਿਲੀ ਵਾਰ ਦੇਖੀ ਆ, ਇਹਨਾਂ ਨੇ ਦਿਖਾਈ ਮੈਨੂੰ। ਐਂਡ ਬੜਾ ਅੱਛਾ ਟ੍ਰੈਡੀਸ਼ਨਲ ਦੀਆਂ ਚੀਜ਼ਾਂ, ਬਹੁਤ ਜ਼ਿਆਦਾ ਚਮਕਾ ਕੇ everybody stays in 5 stars, in 7 stars, in 3 stars, 4 stars। ਤੇ ਆਈ ਥਿੰਕ ਕਿ ਅਸੀਂ ਆਪਣੇ ਪੰਜਾਬ ਨੂੰ ਜਿਹੜੀ ਐਕਚੁਅਲ ਉਹਦੀ ਬਿਊਟੀ ਆ ਉਹਨੂੰ ਅਸੀਂ ਭੁੱਲਦੇ ਜਾ ਰਹੇ। ਦੇਖੋ ਹੀ ਹੈਜ਼ ਕੈਪਟ ਐਵਰੀਥਿੰਗ ਵੈਰੀ ਨੈਚੁਰਲ, ਸਾਰੀਆਂ ਚੀਜ਼ਾਂ ਬੜੀਆਂ ਨੈਚੁਰਲ ਰੱਖੀਆਂ। ਤੇ ਬਹੁਤ ਸਾਰੀ ਆਡੀਅנס ਮੇਰੇ ਨਾਲ ਹੋਰ ਜੁੜ ਗਈ। ਮੈਂ ਉਹਨਾਂ ਨੂੰ ਦੱਸਣਾ ਚਾਹਨੀ ਕਿ ਦਿਸ ਇਜ਼ ਅਬਾਊਟ ਟੂ ਸਟਾਰਟ, ਹਜੇ ਇਹ ਸਟਾਰਟ ਹੋਣਾ ਹੈ। ਐਂਡ ਦੇ ਆਰ ਆਲ ਐਟ ਫਿਨਿਸ਼ਿੰਗ ਟੱਚਸ, ਇਹਨੂੰ ਪੂਰਾ ਫਿਨਿਸ਼ਿੰਗ ਟੱਚਸ ਦੇ ਰਹੇ। ਸੋ ਇਹ ਕੀ ਚੀਜ਼ ਹੈ? ਦਿਸ ਇਜ਼ ਲਾਈਵ ਕਿਚਨ। ਇਸ ਲਾਈਵ ਕਿਚਨ ਹੈ ਮੈਮ। ਇੱਥੇ ਕੋਈ ਬੱਚਾ, ਕੋਈ ਫੈਮਿਲੀ ਦੇ ਮੈਂਬਰ ਜਿਹੜਾ ਮਨਪਸੰਦ ਦਾ ਫੂਡ ਦਾ ਇੱਥੋਂ ਆਪਦੀ ਲਵੇ ਟਿਕਟ ਤੇ ਉੱਥੋਂ ਫੂਡ ਲਵੇ ਤੇ ਹੀ ਕੈਨ ਸਿਟ ਕहीं ਕਿਤੇ ਬਹਿ ਕੇ ਆਪਦਾ ਫੂਡ ਲੈ ਸਕਦਾ। ਮੈਂ ਨਾ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਹੈ ਹੁਣ, ਕਿਉਂਕਿ ਤੁਸੀਂ ਮੇਰੇ ਲਾਈਵ ਪੇਜ ਤੇ ਕੈਦ ਹੋ ਚੁੱਕੇ ਹੋ ਤੇ ਹੁਣ ਮੈਂ ਤੁਹਾਨੂੰ ਕੋਈ ਵੀ ਕੁਐਸਚਨ ਪੁੱਛ ਸਕਦੀ, ਤੁਸੀਂ ਮਨਾ ਨਹੀਂ ਕਰ ਸਕਦੇ। ਇੱਥੇ ਮੇਰੇ ਕੋਲ ਇੱਥੇ ਆਓ। ਤੇ ਵੈਸੇ ਨਰਿੰਦਰ ਜੀ ਹੀ ਇਜ਼ ਸੋ ਯੰਗ, ਕਹਿੰਦੇ ਮੈਂ 50 ਇਅਰਸ ਦਾ, ਬਟ ਲੱਗ ਨਹੀਂ ਰਹੇ ਤੁਸੀਂ। ਫਸਟ ਚੀਜ਼ ਪਹਿਲਾਂ ਤੇ ਇਹਦਾ ਰਾਜ਼ ਦੱਸੋ। ਥੈਂਕ ਯੂ ਮੈਮ। ਇਹ ਸਾਰਾ ਕੰਮ ਸੋ ਆਲਵੇਜ਼ ਕੀਪ ਯੋਰਸੈਲਫ ਬਿਜ਼ੀ। ਅੱਛਾ, ਅੱਗੇ ਮੈਂ ਤੁਹਾਨੂੰ ਪੁੱਛਣਾ ਕਿ ਯੂ ਹੈਵ ਯੋਰ ਹਨਾ ਕਿਡਸ, ਤੇ ਤੁਸੀਂ ਐਂਡ ਯੂ ਆਰ ਵੈਲ ਆਫ ਕਿ ਤੁਸੀਂ ਅਫੋਰਡ ਕਰ ਸਕਦੇ ਹੋ ਕਿ ਉਹ ਬਾਹਰ ਜਾ ਸਕਦੇ ਆ, ਉਹ ਆਪਣਾ ਕੋਈ ਬਿਜ਼ਨਸ ਖੋਲ ਸਕਦੇ ਨੇ, ਉਹ ਚੰਡੀਗੜ੍ਹ 'ਚ ਬਿਜ਼ਨਸ ਖੋਲ ਸਕਦੇ ਨੇ, ਕਿਤੇ ਵੀ ਚਲੋ ਇੱਥੋਂ ਵੀ ਉਹ ਖੋਲਣਗੇ, ਬਟ ਸਟਿਲ ਤੁਸੀਂ ਆਪਣੀ ਜਗ੍ਹਾ ਨੂੰ ਚੁਣਿਆ ਜੀ। ਇਟ ਇਜ਼ ਅ ਚੈਲੰਜ ਕਿਉਂਕਿ ਇੱਥੇ ਸਾਨੂੰ ਕਸਟਮਰ ਲੈ ਕੇ ਆਉਣੇ ਪੈਣਗੇ। ਬਿਲਕੁਲ ਠੀਕ ਹੈ ਨਾ। ਸੋ ਫਿਰ ਵੀ ਇੰਨਾ ਵੱਡਾ ਰਿਸਕ ਲੈ ਲਿਆ। ਇਹ ਮੈਮ ਰਿਸਕ ਨਹੀਂ ਹੈਗਾ ਜੀ। ਜ਼ਿਮੀਂਦਾਰ ਦੇ ਹਿਸਾਬ ਨਾਲ ਸਾਡੀ 100 ਏਕੜ ਦੀ ਪੈਲੀ ਨੂੰ ਅਸੀਂ ਜੇ ਇਨਵੈਸਟਮੈਂਟ ਕਰੀਏ ਉਹਨੂੰ 6 ਮਹੀਨੇ ਫਸਲ ਵਾਸਤੇ, we have to invest 80 lakh rupees ਉਹਨੂੰ ਫਸਲ ਨੂੰ ਪਕਾਉਣ ਵਾਸਤੇ। then we gain 1 crore rupees from there। ਹਮ ਉੱਥੇ 20 ਲੱਖ ਹੀ ਕਮਾਇਆ ਆਪਾਂ। ਉਹ ਇਨਵੈਸਟਮੈਂਟ ਆਪਾਂ ਇੱਥੇ ਲਾਤੀ ਜੀ। ਜ਼ਮੀਨ ਸਾਡੇ ਬਜ਼ੁਰਗਾਂ ਦੀ ਸੀਗੀ ਜੀ, ਫਾਰਮ ਹਾਊਸ ਬਣਿਆ ਸੀ, ਕਾਸਮੈਟਿਕ ਚੇਂਜਸ ਸੀ, ਉਹਨੂੰ ਕਰਤਾ ਜੀ। ਸੈਕੰਡ ਥਿੰਗ ਜਿਹੜੀ ਤੁਸੀਂ ਗੱਲ ਕਹੀ ਸੀ ਅਬਰੋਡ ਜਾ ਸਕਦੇ, ਮੇਰਾ ਮੁੰਡਾ ਪਲੇਸਮੈਂਟ ਹੋ ਚੁੱਕਿਆ ਜਾਪਾਨ 'ਚ, ਲੇਕਿਨ ਲੱਕੀਲੀ ਤੁਹਾਡਾ ਕਰੋਨਾ ਨੇ ਉਹਨੂੰ ਇੱਥੇ ਰੋਕ ਲਿਆ। ਐਂਡ ਨਾਓ ਹੀ ਇਜ਼ ਆਲਸੋ ਇੰਟਰਸਟਿਡ ਇਨ ਦਿਸ। ਓਕੇ, ਹੀ ਇਜ਼ ਆਲਸੋ ਇੰਟਰਸਟਿਡ। ਤੇ ਮੈਨੇ ਇੱਥੇ ਬੜੀ ਇੰਟਰਸਟਿੰਗ ਚੀਜ਼ ਹੈਗੀ, ਜਦੋਂ ਤੁਸੀਂ ਇੱਥੇ ਆਏ ਤੇ ਤੁਹਾਨੂੰ ਵੀ, ਤੁਸੀਂ ਵੀ ਇਹੀ ਕਰਨਾ ਕਿ ਇੱਥੇ ਡਿਫਰੈਂਟ ਬੋਲੀ ਚੱਲਦੀ ਐਂਡ ਹੀ ਨੋਜ਼ ਬਾਗੜੀ, ਹੀ ਨੋਜ਼ ਇਟ ਕਿ ਇੱਥੇ ਹੁਣ ਕੀ ਪਤਾ ਤੁਹਾਡੇ ਮੰਮੀ ਪਾਪਾ ਦਾਦਾ ਦਾਦੀ ਜਾਂ ਕੋਈ ਰਿਲੇਟਿਵ ਇੱਧਰ ਵਾਲੀ ਸਾਈਡ ਤੇ ਰਹਿੰਦੇ ਹੋਣ। ਐਂਡ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਜਿਹੜੀ ਆ ਪ੍ਰੀਜ਼ਰਵ ਕਰਕੇ ਰੱਖੀ, ਹੁਣ ਵੀ ਬੋਲਦੇ ਨੇ। ਮੈਨੂੰ ਵੀ ਬੜੇ ਜਾਣੇ ਕਹਿੰਦੇ ਤੁਸੀਂ ਬੜਾ ਟਿਪੀਕਲ ਪੰਜਾਬੀ ਬੋਲਦੇ ਹੋ, ਤੇ ਜਿਵੇਂ ਅਸੀਂ ਕਹਿ ਦਿੰਦੇ ਨਾ ਕਿ ਦਰਵਾਜ਼ਾ ਬੰਦ ਕਰ ਦੋ, ਸੋ ਮੈਂ ਬੋਲਦੀ ਬੂਹਾ ਢੋ ਦੋ।
ਸੋ ਇਟ ਇਜ਼ ਲਾਈਕ ਕਿ ਮੈਂ ਆਪਣਾ ਜਿਹੜੇ ਲਫ਼ਜ਼ ਹੈਗੇ ਆ ਬੂਆ ਤੇ ਢੋਣਾ ਉਹਨੂੰ ਜਿਹੜਾ ਛੱਡਣਾ ਨਹੀਂ ਚਾਹੁੰਦੀ, ਤੇ ਇਸ ਕਰਕੇ ਆਈ ਆਲਵੇਜ਼ ਸਪੀਕ ਜਿਹੜੇ ਸਾਡੇ ਪੁਰਾਣੇ ਸ਼ਬਦ ਹੁੰਦੇ ਆ। ਤੇ ਵੈਸੇ ਬੜਾ ਅੱਛਾ ਲੱਗ ਰਿਹਾ ਇੱਥੇ ਪੰਛੀ ਬੋਲ ਰਹੇ ਨੇ, ਰਾਈਟ। ਸੋ ਆਪਣੀ ਜਿਹੜੀ ਇੰਟਰੋਡਕਸ਼ਨ ਹੈ ਨਾ ਤੁਸੀਂ, ਠੀਕ ਹੈ, ਤੁਸੀਂ ਤੁਹਾਡੇ what do you like to do ਜਾਂ who all are there in your family, ਤੇ ਮਤਲਬ ਸਾਨੂੰ ਤੁਸੀਂ ਆਪਣੀ ਲੈਂਗੁਏਜ 'ਚ ਬੋਲ ਕੇ ਦੱਸੋ ਤਾਂ ਕਿ ਤੁਹਾਡੀ ਇੰਟਰੋਡਕਸ਼ਨ ਜਿਹੜੀ ਉਹ ਪਤਾ ਲੱਗ ਜੇ। ਹਾਂਜੀ, ਮੈਂ ਬਾਗੜੀ ਪਰਿਵਾਰ ਤੋਂ ਬਿਲੋਂਗ ਕਰਦਾ, ਜਿਨ੍ਹਾਂ ਨੂੰ ਤੁਸੀਂ ਮਾਰਵਾੜੀ ਕਹਿ ਸਕਦੇ ਹੋ। ਤੇ ਮਾरवाड़ी ਚ ਇਹ ਹੁੰਦਾ ਹੈ कि भी मैं नरेंद्र चौधरी दिलीप कुमार को बेटा हूँ जी। विलेज गांव मारो बोदी वाला पिथा हमारे क्या जो एक फैमिली नैन फैमिली है, उन्होंने इस गांव को बसाया था, तो उनको उनका नाम रखने के पीछे पिथा लगाया गया जी। तो हमारो जमींदारो ही हमारो काम है, हमेशा हमने खेती करी जी। और अब थोड़ा ट्रेंड इसलिए चेंज हो रहा है कि भी इन दिनों में बागड़ी कम बोली गई है। तो बागड़ी एक ऐसी चीज़ है जो पंजाबी और हिंदी को मिक्स करती है जी। फॉर एग्जांपल पंजाबी के इधर आ, हिंदी में बोले इधर आ, हमारे इन्ना, तो इन दोनों का मिक्सचर को जब समझोगे दैट इज बागड़ी। नहीं, आई लाइक इट अ लॉट क्योंकि ਯੈਸਟਰਡੇ ਜਦੋਂ ਅਸੀਂ ਬੈਠੇ ਸੀ ਤੇ ਸਰ ਨੇ ਆਪਣੀ ਭਾਸ਼ਾ 'ਚ ਬੜਾ ਕੁਝ ਸੁਣਾਇਆ ਸੀ, ਇਹਨੂੰ ਦੱਸਿਆ ਸੀ ਕਿ ਕਿੱਦਾਂ ਇਹ ਬਲੈਂਡ ਆ ਪੰਜਾਬੀ ਤੇ ਹਿੰਦੀ ਦਾ, ਤੇ ਮਜ਼ਾ ਆ ਗਿਆ। ਤੇ ਹੁਣ ਅਸੀਂ ਅੱਗੇ ਮੂਵ ਕਰ ਰਹੇ, ਰਾਈਟ। ਸੋ ਇਹ ਇਹਨਾਂ ਦੇ ਲਾਈਵ ਕਾਊਂਟਰਸ ਆ ਜਿਹੜੇ ਸਟਾਰਟ ਹੋਣਗੇ ਜਦੋਂ ਇਹ ਸਟਾਰਟ ਹੋ ਜਾਏਗਾ। ਸੋ ਦਿਸ ਇਜ਼ ਆਲ ਲਾਈਵ ਕਾਊਂਟਰਸ। ਤੁਸੀਂ ਕੁਛ ਵੀ ਲਾਈਵ ਖਾਣਾ ਬਿਕੋਜ਼ ਤੁਸੀਂ ਇੱਥੇ ਬੈਠੇ ਹੋਣਾ, ਰਾਈਟ। ਇਹ ਜਿਹੜਾ ਸਾਰੀ ਜਗ੍ਹਾ ਹੈ, ਸੋ ਇਹ ਕੀ ਆ, ਇਹਨੂੰ ਉੱਪਰ ਕਿਉਂ ਬਣਾਇਆ ਤੁਸੀਂ? ਬਸ ਇਹਨੂੰ ਮਚਾਨਾ ਕਹਿੰਗੇ ਜੀ। ਮਚਾਨਾ, ਮਚਾਨ ਹਾਂਜੀ। ਇਹ ਤੁਹਾਡੀ ਤੁਸੀਂ ਉੱਤੇ ਬੈਠੇ ਹੋ, ਬਜ਼ੁਰਗ ਤੁਹਾਡੇ ਨਾਲ ਮਾਤਾ ਪਿਤਾ ਆਏ ਹੋਏ ਨੇ, ਤੁਸੀਂ ਘੁੰਮ ਰਹੇ ਹੋ, ਤੁਸੀਂ ਉਹਨਾਂ ਦੇ ਵਿਜ਼ਨ 'ਚ ਵੀ ਹੋ, ਨਾਲੇ ਉਹ ਚੀਜ਼ ਇੱਕ ਹੈਡ ਲੈਵਲ ਤੋਂ ਉੱਤੇ ਹੈ ਤਾਂ ਉਹ ਈਜ਼ੀਲੀ ਵੇਖ ਸਕਦੇ। So it is not a tree house, it is not a tree, it's a machan N MACHAN। okay, English ਦਾ verb ਦਾ ਕੀ ਹੈ? ਮਚਾਨ English word ਹੈ। okay, ਠੀਕ ਹੈ। ਤੇ ਪੁਰਾਣੇ ਨਹੀਂ, not English, ਇਹ ਪੁਰਾਣੇ ਜ਼ਮਾਨੇ 'ਚ ਆਪਾਂ ਜਦੋਂ ਮੱਕੀ ਨੂੰ ਰੁਖਾਲਦੇ ਸੀ ਤੇ ਉਹ ਆ ਦੋ ਲੱਕੜੀਆਂ ਤੇ ਖਾ ਪੂਫਾ ਕੇ ਜਿੰਦੇ ਬੰਦਾ ਖੜਾ ਹੋ ਕੇ ਉਡਾਉਂਦਾ ਸੀ, ਇਹ ਉਸੇ ਦਾ ਇੱਕ ਵੱਡਾ ਰੂਪ ਹੈ। ਓਕੇ ਸੋ ਸਰ ਨਾ ਬਹੁਤ ਨਾਈਸ ਆ, ਹੀ ਇਜ਼ ਵੈਰੀ ਹੰਬਲ, ਵੈਰੀ ਜੋਲੀ ਮੈਨ। ਤੁਹਾਡਾ ਕੋਈ ਕੁਐਸਚਨ ਹੈ ਤੇ ਤੁਸੀਂ ਇੱਥੇ ਪਾ ਸਕਦੇ ਹੋ, ਮੈਂ ਇਹਨਾਂ ਨੂੰ ਤੁਹਾਨੂੰ ਪੁੱਛ ਕੇ ਹੁਣੇ ਦੱਸ ਦਾਂਗੀ ਬਿਕਾਜ਼ ਮੈਨੂੰ ਪਹਿਲਾਂ ਲੱਗ ਰਿਹਾ ਸੀ ਕਿ ਸਰ ਹਾਊ ਹੀ ਵਿਲ ਸਪੀਕ, ਬਟ ਬਹੁਤ ਵਧੀਆ ਲੱਗ ਰਿਹਾ। ਸੋ ਹੁਣ ਮੈਂ ਇਹ ਮਚਾਨ ਦੇ ਅਸੀਂ ਉੱਪਰ ਜਾ ਰਹੇ ਹਾਂ ਐਂਡ ਸਾਰਾ ਵੁੱਡ ਦਾ ਬਣਿਆ ਹੋਇਆ, ਡਰਨ ਵਾਲੀ ਕੋਈ ਗੱਲ ਨਹੀਂ ਆ। ਕੱਲ ਅਸੀਂ ਡਿਨਰ ਇੱਥੇ ਕੀਤਾ। ਸੋ ਦਿਸ ਇਜ਼ ਦ ਪਲੇਸ। ਓਕੇ, ਇੱਥੋਂ ਅਸੀਂ ਵਿਊ ਦੇਖ ਸਕਦੇ ਪੂਰਾ ਦਿਸ ਸਾਈਡ। So now we are moving to the mud house and the tent house, ਜਿਹੜਾ ਕਿ ਮੇਨ ਆ ਜਿੱਥੇ ਅਸੀਂ ਫੈਮਿਲੀ ਪੂਲਸ। ਓਕੇ ਆਲ ਰਾਈਟ। ਸੋ ਇਹ ਜਿਹੜੇ ਫੈਮਿਲੀ ਪੂਲਸ ਬਣਨਗੇ, ਇਟ ਵਿਲ ਟੇਕ ਅ ਫਿਊ ਮੰਥਸ, ਥੋੜੇ ਜਿਹੇ ਮੰਥਸ ਹੋ ਰਹੇ, ਤਿਆਰ ਹੋ ਰਹੇ ਨੇ। ਇਹ ਅੱਗੇ ਜਿਹੜੇ ਆ ਦੇ ਵਾਂਟ ਕਿ ਇਹ ਛੋਟੇ ਫੈਮਿਲੀ ਪੂਲਸ ਦੇ ਆ। ਜਦੋਂ ਅਸੀਂ ਕਿਤੇ ਵੀ ਬੁਕਿੰਗ ਕਰਾਉਂਦੇ ਨਾ, ਫਿਰ ਅਸੀਂ ਸੋਚਦੇ ਹਾਂ ਕਿ ਅਸੀਂ ਰਹਿਣਾ ਕਿੱਥੇ, ਜਾ ਕੇ ਰੂਮ ਕਿੱਦਾਂ ਦਾ ਹੋਏਗਾ, ਇੱਦਾਂ ਸਾਡੇ ਮਨ 'ਚ ਆਉਂਦਾ। ਤੇ ਮੇਰੇ ਵੀ ਮਨ 'ਚ ਕੁਝ ਇੱਦਾਂ ਹੀ ਆ ਰਿਹਾ ਸੀ। ਹੁਣ ਦਿਸ ਇਜ਼ ਅ ਰੂਮ ਵੇਅਰ ਆਈ ਸਟੇਡ, ਜਿੱਥੇ ਮੈਂ ਰੁਕੀ ਕੱਲ। ਸੋ ਦਿਸ ਇਜ਼ ਦ ਐਂਟਰੀ। ਤੇ ਆਈ ਐਮ ਵੈਰੀ ਸੌਰੀ ਜੇ ਮੈਂ ਥੋੜਾ ਖਲਾਰਾ ਪਾਇਆ ਹੋਵੇ ਤੇ। ਸੋ ਇੱਥੇ ਅਸੀਂ ਰਾਤੀ ਬੈਠੇ ਸੀ 2-3 ਜਾਣੇ। ਆਈ ਹੈਵ ਮਾਈ ਐਗਜ਼ੀਕਿਊਟਿਵ ਗੁਰਪ੍ਰੀਤ ਆਲਸੋ, ਸ਼ੀ ਆਲਸੋ ਕੇਮ ਅਲੋਂਗ ਵਿਦ ਮੀ ਐਂਡ ਰਾਤੀ ਅਸੀਂ ਬਹਿ ਕੇ ਇੱਥੇ ਚਾਹ ਪੀਤੀ ਤੇ ਮੂੰਗਫਲੀ ਖਾਧੀ। ਅਜੇ ਵੀ ਸਬੂਤ ਇੱਥੇ ਪਿਆ ਹੋਇਆ। ਸੋ ਦਿਸ ਇਜ਼ ਐਂਟਰੀ। ਥੋੜਾ ਜਿਹਾ ਮੈਂ ਤੁਹਾਨੂੰ ਦਿਖਾ ਦਿੰਦੀ।
Okay, so this is the mud house. So there are two type of rooms here, mud house and tent house. ਤੁਸੀਂ choose ਕਰ ਸਕਦੇ ਹੋ ਕਿ ਤੁਹਾਨੂੰ mud house ਚਾਹੀਦਾ ਕਿ tent house ਚਾਹੀਦਾ. And this is a अंदर से AC उसी सब लगा है. एंड मैं ਤੁਹਾਨੂੰ ਇੱਕ ਬੜੀ ਅੱਛੀ ਚੀਜ਼ ਦਿਖਾਣੀ ਕਿ what I always carry, ਜਦੋਂ ਵੀ ਮੈਂ ਕਿਤੇ ਜਾਂਦੀ ਮੈਂ ਇੱਕ ਚੀਜ਼ ਜ਼ਰੂਰ ਲੈ ਕੇ ਜਾਂਦੀ ਆ. ਇਹ ਮੇਰਾ ਬੈਗ ਆ, this one, ਐਂਡ ਇਹ ਪੂਰਾ ਬੁੱਕਸ ਨਾਲ ਭਰਿਆ ਹੋਇਆ. ਸੋ ਇਹ ਮੈਨੂੰ ਥੋੜੇ ਦਿਨ ਪਹਿਲਾਂ ਕਿਸੇ ਨੇ ਦਿੱਤੀ ਬੁੱਕ, ਸ਼ਿਵ ਕੁਮਾਰ ਵਾਲੀ. ਹਾਲਾਂਕਿ ਮੈਂ ਕਵਿਤਾਵਾਂ ਬਹੁਤ ਜ਼ਿਆਦੀਆਂ ਨਹੀਂ ਪੜ੍ਹਦੀ. ਐਂਡ ਦੈਨ ਮੇਰਾ ਆਈਪੈਡ, this book I use for coloring. ਜਦੋਂ ਅਸੀਂ ਕਲਰਿੰਗ ਕਰਦੇ, ਸਾਡੇ ਬੱਚੇ ਵੀ ਕਲਰਿੰਗ ਕਰਦੇ ਆ. ਐਂਡ ਇਹ ਤੁਹਾਨੂੰ ਬਹੁਤ ਮੈਡੀਟੇਸ਼ਨ ਵਾਂਗੂ ਫੀਲ ਹੁੰਦਾ. ਸੋ ਆਈ ਡੂ ਲੋਟ ਆਫ ਕਲਰਿੰਗ ਤਾਂ ਕਿ ਮੈਨੂੰ ਥੋੜੀ ਪੇਸ਼ੈਂਸ ਆਵੇ ਮੇਰੇ ਦੇ ਵਿੱਚ ਹੋਰ. ਐਂਡ ਫਿਰ ਮੈਂ ਹਮੇਸ਼ਾ ਆਪਣੇ ਕੋਲ ਪੰਜਾਬੀ ਸ਼ਬਦਕੋਸ਼ ਰੱਖਦੀ ਹਾਂ ਆਪਣੇ ਕੋਲ ਹਮੇਸ਼ਾ ਹੀ, ਕਿਉਂਕਿ ਇੱਦਾਂ ਹੀ ਸਾਡੀ ਪੰਜਾਬੀ ਜਿਹੜੀ ਇੰਪਰੂਵ ਹੁੰਦੀ ਰਹਿੰਦੀ ਤੁਸੀਂ ਇੱਕ ਵੀ ਪੇਜ ਜਦੋਂ ਪੜ੍ਹ ਲੈਂਦੇ ਹੋ. ਐਂਡ ਦੈਨ ਆਈ ਹੈਵ ਮਾਈ HBR ਬੁੱਕਸ, ਹਾਰਵਰਡ ਬਿਜ਼ਨਸ ਰਿਵਿਊ. ਇਹ ਬੁੱਕਸ ਮੈਂ ਕੋਸ਼ਿਸ਼ ਕਰਦੀ ਕਿ ਹਰ ਮਹੀਨੇ ਮੈਂ ਇੱਕ ਰਿਵਿਊ ਜ਼ਰੂਰ ਪੜ੍ਹਾਂ. ਐਂਡ ਬਾਕੀ ਮੇਰੀਆਂ ਡਾਇਰੀਜ਼ ਆ. ਐਂਡ ਅੱਜ ਕੱਲ੍ਹ ਜਿਹੜੀ ਮੈਂ ਬੁੱਕ ਪੜ੍ਹ ਰਹੀ ਹਾਂ ਉਹ ਇਹ ਆ, ਦੈਟ ਇਜ਼ ਇੰਦਰਾ ਨੂਈ, ਮਾਈ ਲਾਈਫ ਇਨ ਫੁੱਲ. ਦਿਸ ਇਜ਼ ਦ ਬੁੱਕ ਆਈ ਐਮ ਰੀਡਿੰਗ. ਐਂਡ ਬਹੁਤ ਹੀ ਇਟ ਇਜ਼ ਅ ਫੈਂਟੈਸਟਿਕ ਬੁੱਕ. ਇੰਦਰਾ ਨੂਈ ਇਜ਼ ਵਨ ਆਫ ਦ ਟੌਪ CEOs ਆਫ ਦ ਵਰਲਡ. ਪੈਪਸੀਕੋ ਦੀ ਗਲੋਬਲ CEO ਇੰਦਰਾ ਨੂਈ ਰਹੇ ਨੇ. ਐਂਡ ਇਟ ਇਜ਼ ਅ ਫੈਂਟੈਸਟਿਕ ਬੁੱਕ. ਉਹਨਾਂ ਦਾ ਮੈਮੋਇਰ ਹੈਗਾ, ਉਹਨਾਂ ਦੀ ਪੂਰੀ ਜਰਨੀ ਜਿਹੜੀ ਇਹਦੇ ਵਿੱਚ ਲਿਖੀ ਹੈ. ਇਟ ਇਜ਼ ਅ ਫੈਂਟੈਸਟਿਕ ਬੁੱਕ. ਸੋ ਆਪਾਂ ਵੈਸੇ ਅੱਜ ਗੱਲ ਜਿਹੜੀ ਫੋਰੈਸਟ ਵਿਊ ਦੀ ਕਰ ਰਹੇ ਸੀ, ਪਰ ਅਸੀਂ ਕਿਤਾਬਾਂ ਦੇ ਵਿੱਚ ਪਹੁੰਚ ਗਏ. ਸੋ ਦਿਸ ਇਜ਼ ਦ ਮਿਰਰ ਐਂਡ ਆਲ. ਐਂਡ it is quite a good place. Just wait. So now we are moving to the another form of rooms, right? So ਸਾਡਾ mud house ਹੋ ਗਿਆ ਹੈ ਨਾ ਨਰਿੰਦਰ ਜੀ? when ਤੁਸੀਂ ਜਦੋਂ ਰੂਮ ਸੋਚਨੇ ਸੀ, ਫਿਰ ਇਹ ਤੁਸੀਂ mud house ਤੇ tent house, these all are climate controlled. ਤੁਸੀਂ ਦੱਸੋ, ਰਾਤ ਤੁਸੀਂ AC ਯੂਜ਼ ਕੀਤਾ? ਨਹੀਂ, ਮੈਂ ਨਹੀਂ ਕੀਤਾ AC. ਤੇ ਉੱਤੇ ਵੇਖੋ ਕੀ ਹੈ, ਹਾਂ, ਪੇੜ ਨੇ ਤੇ ਮਡ ਹਾਊਸ. ਇਹ ਇੱਟਾਂ ਇੱਥੇ ਬਣੀਆਂ ਨੇ, ਲੇਡੀਜ਼ ਨੂੰ ਕਮ ਜਨਰੇਟ ਹੋਇਆ. ਹਾਂ ਫੀਮੇਲ ਜਿਹਨੂੰ ਲੇਪਾ ਪੋਤੀਆਂ ਕਰਦੀਆਂ ਨੇ. ਤੇ ਇੱਥੇ ਜਿਹੜੇ ਬਾਹਰ ਦੇ ਟੂਰਿਸਟ ਆਏਗੇ ਉਹਨਾਂ ਨੂੰ ਦਿਖਾਵਾਂਗੇ ਵੀ ਪੁਰਾਣੇ ਜ਼ਮਾਨੇ 'ਚ ਘਰ ਨੂੰ ਐਵੇਂ ਮੇਨਟੇਨ ਕਰਦੇ. ਨਾਈਸ. ਤੇ ਇਹਨਾਂ ਦੇ ਜਿਹੜੇ ਫ੍ਰੈਗਰੈਂਸ ਵੀ ਕਿਸੇ ਰਾਤ ਨੈਚੁਰਲ ਫ੍ਰੈਗਰੈਂਸ, ਬਾਂਸ ਦੀ ਤੇ ਜਦੋਂ ਮਿੱਟੀ ਦੀ. ਹਾਂ. ਸੋ ਮੇਰੇ ਲਾਗੇ ਗੁੱਟੀ ਮੈਮ ਘੁੰਮ ਰਹੇ ਨੇ. ਸੋ ਸ਼ੀ ਇਜ਼ ਮਾਈ, ਉਹ ਮੇਰੇ ਵਾਲ ਠੀਕ ਕਰ ਰਹੇ ਨੇ. ਅੱਜ ਮੈਂ ਵੈਸੇ ਇਦਾਂ ਦੀ ਵੀਡੀਓ ਕਦੀ ਬਣਾਈ ਨਹੀਂ ਕਿ ਮੈਂ ਇੰਨੀ ਕੈਜੂਅਲ ਹੋਵਾਂ, ਬਟ ਅੱਜ ਮੇਰਾ ਮਨ ਕੀਤਾ ਕਿਉਂਕਿ ਜਦੋਂ ਤੁਸੀਂ ਬਾਹਰ ਆਉਂਦੇ ਹੋ ਤੇ ਤੁਸੀਂ ਨਾ ਰਿਲੈਕਸ ਕਰਦੇ ਹੋ ਤੇ ਆਪਣੇ ਆਪ ਹੀ ਅੰਦਰੋਂ ਰੀਅਲ ਯੂ ਕਮ ਆਊਟ. ਤੇ ਬਾਕੀ ਇਟਸ ਲਾਈਕ ਆਲ ਮਾਈ ਫੇਸਬੁੱਕ ਵਿਊਅਰਸ ਜਿੰਨੇ ਵੀ ਹੈਗੇ ਨੇ, ਆਈ ਥਿੰਕ ਅਸੀਂ ਇੰਨੇ ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ ਤੇ ਇਟ ਇਜ਼ ਟੋਟਲੀ ਫਾਈਨ ਕਿ ਅਸੀਂ ਗੱਲ ਕਰ ਸਕਦੇ ਹਾਂ. ਹਾਂਜੀ, ਇਹ ਜੋਕਾਂ ਵਾਸਤੇ ਕਿਡਸ ਓਕੇ, ਦਿਸ ਇਜ਼ ਫॉर ਕਿਡਸ. ਹਾਂ, ਜਿੱਥੇ ਵੀ ਹੋਣਗੇ ਉੱਥੇ. ਆਪਾਂ ਪਿੱਛੇ ਵੀ ਕਿਡਸ ਦਾ ਪੂਰਾ ਇੱਕ ਵੱਡਾ ਸੈਕਸ਼ਨ ਦੇਖਿਆ. ਐਂਡ ਹੁਣ ਅਸੀਂ ਆਪਣੇ ਨਾ ਕਾਟੇਜ ਦੇ ਲਾਗੇ, ਆਪਣੇ ਟੈਂਟ ਹਾਊਸ ਦੇ, ਮਡ ਹਾਊਸ ਦੇ ਲਾਗੇ ਵੀ ਛੋਟੇ ਕਿਡਸ ਦੇ ਸੈਕਸ਼ਨ ਹੈਗੇ ਇੱਥੇ. ਆਈ ਥਿੰਕ ਹੁਣ ਤੱਕ ਹਜੇ ਤੇ ਮੈਂ 50% ਦਿਖਾਇਆ ਹੈ, ਬਟ ਆਈਡੀਆ ਤੁਹਾਨੂੰ ਹੋ ਗਿਆ ਹੋਣਾ ਕਿ ਅਸੀਂ ਇੱਕ ਵਾਰ ਜ਼ਰੂਰ ਇੱਥੇ ਆ ਸਕਦੇ ਹਾਂ. ਸੋ ਇਟ ਇਜ਼ ਨਾਟ ਅ ਪ੍ਰਮੋਸ਼ਨ ਆਫ ਦ ਬਿਜ਼ਨਸ, ਬਟ ਇਟ ਇਜ਼ ਡੈਫੀਨੇਟਲੀ ਪ੍ਰਮੋਸ਼ਨ ਆਫ ਦ ਪੀਪਲ ਕਿ ਜਿਹੜੇ ਪੰਜਾਬ 'ਚ ਕੁਝ ਕਰਨਾ ਚਾਹੁੰਦੇ ਨੇ, ਬਿਲੀਵ ਕਰਦੇ ਨੇ ਕਿ ਪੰਜਾਬ ਦੇ ਵਿੱਚ ਵੀ ਚੀਜ਼ਾਂ ਪੋਸੀਬਲ ਹੈਗੀਆਂ ਤੇ ਸਾਡਾ ਫਰਜ਼ ਬਣਦਾ ਹੈ ਉਹਨਾਂ ਦਾ ਸਾਥ ਦੇਣਾ, ਰਾਈਟ? ਜੇ ਸਾਡੇ ਪੰਜਾਬੀ ਨੇ, ਸਾਡੇ ਇੰਡੀਅਨ ਨੇ ਜੇ ਕੋਈ ਚੀਜ਼ ਸ਼ੁਰੂ ਕੀਤੀ ਹੈ, ਸਮਝੋ ਕੋਈ 에ਅਰਲਾਈਨ ਸ਼ੁਰੂ ਕੀਤੀ ਹੈ, ਕੋਈ ਟੈਕਸੀ ਸਰਵਿਸ ਸ਼ੁਰੂ ਕੀਤੀ ਹੈ, ਕੋਈ ਰੈਸਟੋਰੈਂਟ ਸ਼ੁਰੂ ਕੀਤਾ ਹੈ, ਬਟ ਫਿਰ ਵੀ ਅਸੀਂ ਸਵਦੇਸੀ ਨਹੀਂ ਹੁੰਦੇ. ਅਸੀਂ ਇਹੀ ਸੋਚਦੇ ਕਿ ਨਹੀਂ, ਅਸੀਂ ਦੂਸਰੀਆਂ ਚੇਨਸ ਕੋ ਜਾਣਾ. ਤੇ ਆਈ ਥਿੰਕ ਦੈਟ ਇਜ਼, ਫਿਰ ਨਾ ਬੰਦਾ ਇਨਕਰੇਜ ਨਹੀਂ ਹੁੰਦਾ. ਸੋ ਇਹ ਸਾਡੇ ਪੰਜਾਬੀਆਂ ਦੀ ਜ਼ਿੰਮੇਵਾਰੀ ਆ ਕਿ ਅਸੀਂ ਇੱਕ ਦੂਜੇ ਦੀ ਜਿਹੜੀ ਆ ਉਹ ਸਪੋਰਟ ਕਰੀਏ. ਤੇ ਬਾਕੀ ਨਰਿੰਦਰ ਜੀ ਦੇ ਸ਼ੂਗਰ ਕੇਨ, ਕਿੰਨੂ, ਸਾਰੇ ਤਰ੍ਹਾਂ ਦੇ ਹੋਰ ਵੀ ਬੜੀਆਂ ਚੀਜ਼ਾਂ ਹੈਗੀਆਂ ਵਾ. ਯੂ ਕੈਨ ਕਮ ਐਂਡ ਟਾਕ ਟੂ ਹਿਮ, ਹੀ ਇਜ਼ ਅ ਵੈਰੀ ਇੰਟਰਸਟਿੰਗ ਪਰਸਨ. ਐਂਡ ਨੈਕਸਟ ਹੁਣ ਆਪਾਂ ਟੈਂਟ ਹਾਊਸ ਦੇਖਣ ਲੱਗੇ ਜੀ. So this is the Golgappa spot. Yeah.
ਬਣਨ ਵਾਲਾ ਜੀ, ਬਣਨ ਵਾਲਾ ਹੈ ਗੋਲਗੱਪਾ ਸਪੌਟ। ਕਿਸੇ ਨੇ ਗੋਲਗੱਪੇ ਖਾਣੇ ਹੋਣਗੇ ਤੇ ਇਹਦੇ ਤੇ ਖਵਾਏ ਜਾਣਗੇ, ਮੈਨੂੰ ਦੱਸ ਰਹੇ ਸੀ। ਐਂਡ ਇਹ ਸੀ ਕਿੰਨਾ ਨੈਚੁਰਲ। ਹੁਣ ਅਸੀਂ ਹਰ ਵਾਰੀ ਨਾ ਗੱਡੀ ਭਜਾ ਕੇ ਸ਼ਿਮਲੇ ਜਾਣ ਦੀ ਲੋੜ ਨਹੀਂ ਹੈਗੀ ਸਾਨੂੰ। ਇਟ ਇਜ਼ ਓਕੇ ਕਿ ਪੰਜਾਬ ਦੇ ਵਿੱਚ ਵੀ ਹੋਰ ਬਹੁਤ ਸਾਰੀਆਂ ਜਗ੍ਹਾ, ਮੈਨੂੰ ਪਤਾ ਕਿ ਹੋਰ ਵੀ ਬੜੀਆਂ ਹੋਣਗੀਆਂ, ਮੈਨੂੰ ਵੀ ਬੜੀਆਂ ਘੱਟ ਪਤਾ ਹੈ। ਹਾਂ, ਦਿਸ ਇਜ਼ ਅਗੇਨ ਮਡ ਹਾਊਸ। ਇਹ ਗੁਰਪ੍ਰੀਤ ਦਾ ਰੂਮ ਆ, ਗੁਰਪ੍ਰੀਤ ਇੱਥੇ ਰੁਕੀ ਸੀ। ਓਕੇ, ਹੁਣ ਨਰਿੰਦਰ ਜੀ ਸਾਨੂੰ ਦੱਸਣਗੇ ਟੈਂਟ ਹਾਊਸ ਬਾਰੇ। ਟੈਂਟ ਹਾਊਸ ਤੁਸੀਂ ਸੁਣੇ ਵੀ ਹੋਣੇ ਆ ਐਂਡ ਬਿਊਟੀਫੁਲੀ ਡਿਜ਼ਾਈਨਡ। ਤੇ ਮੈਂ ਤੁਹਾਨੂੰ ਦੱਸਣਾ ਸੀ ਕਿ ਰਾਤੀ ਜਦੋਂ ਇੱਥੇ ਲਾਈਟ ਜਗਦੀ ਨਾ ਤੇ ਉਹ ਬਹੁਤ ਹੀ ਜ਼ਿਆਦਾ ਅੱਛਾ ਲੱਗਦਾ। ਮਤਲਬ ਕਿਸੇ ਤੇ ਬਲੂ ਲਾਈਟ ਲਾਈ ਹੋਈ ਆ, ਕਿਤੇ ਗ੍ਰੀਨ ਲਾਈਟ, ਤੇ ਇਹ ਜਿਹੜਾ ਉੱਪਰ ਵਾਲਾ ਵਾਈਟ ਪੋਰਸ਼ਨ ਆ ਇਹਦਾ ਕਲਰ ਬਿਲਕੁਲ ਡਿਫਰੈਂਟ ਹੋ ਜਾਂਦਾ। ਇਹਨਾਂ ਨੇ ਬੜੀ ਅੱਛੀ ਕਲਰਿੰਗ ਦਿੱਤੀ ਹੋਈ ਆ ਆਪਣੇ ਟੈਂਟ ਹਾਊਸਿਸ ਨੂੰ। ਰਾਤ ਦਾ ਵਿਊ ਐਬਸੋਲੂਟਲੀ ਡਿਫਰੈਂਟ ਆ। ਸੋ ਹਾਊ ਇਟ ਇਜ਼ ਡਿਫਰੈਂਟ ਦੈਨ ਦ ਮਡ ਹਾਊਸ? ਇਟ ਇਜ਼ ਫॉर 1 person? ਦਿਸ ਇਜ਼ 2 person। 2 person, ਓਕੇ। ਹਾਂ, ਤੇ ਇਹ ਬੇਸਿਕਲੀ ਜੈਸਲਮੇਰ ਤੋਂ ਆਈਡੀਆ ਆਇਆ ਆਪਾਂ ਨੂੰ ਕਿ ਵੀ ਕੁਝ ਜਦੋਂ ਨਾਈਟ ਸਟੇ ਕਰਦੇ ਕੋਈ ਡਿਫਰੈਂਟ ਤਰੀਕੇ ਨਾਲ ਨਾਈਟ ਸਟੇ ਹੋਵੇ, ਤੇ ਜਦੋਂ ਤੁਸੀਂ ਅੰਦਰ ਫੀਲ ਲਓਗੇ ਉਹ ਵੀ ਡਿਫਰੈਂਟ ਹੋਊਗੀ। ਐਂਡ ਦਿਸ ਇਜ਼ 5 layered। ਹਾਂ। ਕਿਉਂਕਿ ਆਪਣਾ ਜਿਹੜਾ ਇੱਥੇ ਟੂਰਿਸਟ ਪੁਆਇੰਟ ਬਣਦਾ ਹੈ ਮੈਮ, ਉਹ ਬਣੂਗਾ ਜੀ ਫਰੋਮ ਨਵੰਬਰ ਟੂ ਮਾਰਚ। ਕਿਉਂਕਿ ਉਹ ਜਿਵੇਂ ਧੁੰਦਾਂ ਪੈਂਦੀਆਂ ਜਿਹਦੇ ਤੇ ਇੱਥੇ ਬੋਨ ਫਾਇਰਸ ਹੋਣਗੇ। ਬੋਨ ਫਾਇਰ ਦਾ ਇਹ ਤੇ ਡੈਸਪਰੇਟਲੀ ਵੇਟ ਕਰ ਰਹੇ ਸਨ। ਹਾਂ, ਤੇ ਜਿਵੇਂ ਲੋਕੀ ਮਨਾਲੀ ਜਾਂਦੇ ਆ ਫॉर ਸਮਰਸ, ਤੇ ਮੈਂ ਚਾਹੁੰਦਾ ਕਿ ਵੀ ਇੰਡੀਆ ਦਾ ਹਰ ਬੰਦਾ ਇੱਥੇ ਵਿੰਟਰਸ ਜ਼ਰੂਰ ਵਿਜ਼ਿਟ ਕਰੇ। ਇੱਥੇ ਕਿਨੂੰ ਦੇ ਟਾਈਮ ਹੁੰਦਾ ਹੈ, ਬੈਸਟ ਜੂਸਿਸ, ਗੁੜ ਨਿਕਲਦਾ ਆਪਣੇ ਜਿੱਥੇ ਕਹਾਣੀ ਲੱਗੀ ਉੱਥੇ ਗੁੜ ਵੀ ਨਿਕਲੂਗਾ, ਤੇ ਸ਼ਾਇਦ ਉਹ ਬੰਦਾ ਇੱਥੇ ਦੁਬਾਰਾ ਆਣਾ ਵੀ ਪਸੰਦ ਕਰੂਗਾ। ਗ੍ਰੇਟ। ਸੋ these are tent house। ਤੇ ਤੁਸੀਂ ਪਿੱਛੇ ਸਕਾਈ ਦੇਖੋ ਤੁਸੀਂ ਕਿ ਹਾਊ ਕਲੀਅਰ ਇਟ ਇਜ਼। ਐਂਡ ਪਤਾ this has been just started। ਹਜੇ 21 ਤਰੀਕ ਨੂੰ ਇਹਦੀ ਓਪਨਿੰਗ ਹੋਣੀ ਆ, ਹਜੇ ਸਟਾਰਟ ਹੋਣਾ। ਸੋ ਮੈਂ ਤੇ ਇਹ ਕਵਾਂਗੀ, ਮੈਂ ਵੀ ਇਦਾਂ ਹੀ ਕੀਤਾ, ਜਿਹੜੇ ਬਿਲਕੁਲ ਨਿਊ ਵਿਜ਼ਿਟਰਸ ਆ, ਵੀ ਆਰ ਗੋਇੰਗ ਟੂ ਗਿਵ ਹਿਮ ਲੋਟ ਆਫ ਸੁਜੈਸ਼ਨਸ। ਕਿਉਂਕਿ ਅਸੀਂ ਕਿੰਨੀ ਜਗ੍ਹਾ ਤੇ ਘੁੰਮੇ ਹੋਵਾਂਗੇ, ਸਾਡੇ ਡਿਫਰੈਂਟ ਟੇਸਟ ਹੋਣਗੇ, ਤੇ ਅਸੀਂ ਉਹਨਾਂ ਨੂੰ ਬਹੁਤ ਸਾਰੇ ਸੁਜੈਸ਼ਨ ਦੇ ਸਕਦੇ ਪਹਿਲੇ 6 months ਦੇ ਵਿੱਚ, ਤਾਂ ਕਿ ਬਿਲਕੁਲ ਜੋ ਵੀ ਤੁਸੀਂ ਚਾਹੁੰਦੇ ਜੇ ਰੀਵਿਜ਼ਿਟ ਲਈ, ਯੂ ਕੈਨ ਆਲਵੇਜ਼ ਮੇਕ ਇਟ ਪੋਸੀਬਲ। ਆਈ ਵੀ ਓਕੇ, ਇਟਸ ਓਕੇ। ਐਂਡ ਇੱਥੇ ਦੇਖੋ ਫੇਰ ਕਿਡਸ ਵਾਲਾ ਹਰ ਇੱਕ ਇਹਨਾਂ ਨੇ ਨਾ ਟੈਂਟ ਹਾਊਸ ਦੇ ਵਿੱਚ, ਮਡ ਹਾਊਸ ਦੇ ਵਿੱਚ ਕਿਡਸ ਲਈ ਜ਼ਰੂਰ ਕੁਛ ਨਾ ਕੁਛ ਜਿਹੜਾ ਬਣਾਇਆ। ਐਂਡ ਦੈਨ ਵੀ ਆਰ ਗੋਇੰਗ ਟੂ ਸੀ, ਉੱਥੇ ਡਕਸ ਵੀ ਰੱਖੀਆਂ ਇਹਨਾਂ ਨੇ, ਤੇ ਕਹਿੰਦੇ ਕਿ ਰੈਬਿਟ ਵੀ ਰੱਖਣੇ ਆ, ਝੂਲੇ ਬਹੁਤ ਜ਼ਿਆਦਾ। ਮਤਲਬ ਡੈਫੀਨੇਟਲੀ ਇਟ ਇਜ਼ ਅ ਫੈਮਿਲੀ ਪਲੇਸ ਕਿ ਕਿਡਸ ਵਾਸਤੇ ਬਹੁਤ ਕੁਛ ਹੈ ਇੱਥੇ। ਆਈ ਥਿੰਕ ਜੇ ਮੈਂ ਨੋਟ ਕਰਾਂ ਤੇ ਸਭ ਤੋਂ ਜ਼ਿਆਦਾ ਕਿਡਸ ਵਾਸਤੇ, ਵੈਸੇ ਤੇ ਸਾਰਿਆਂ ਲਈ ਸਾਰਾ ਕੁਝ ਹੈਗਾ, ਬਟ ਫੈਮਲੀਜ਼ ਵੀ ਜਿਹੜੀਆਂ ਉਹ ਦੇ ਕੈਨ ਆਲਵੇਜ਼ ਆਪਟ। ਇਹ ਬਰਥਡੇ ਤੇ ਬੈਕਗ੍ਰਾਉਂਡਸ ਨੇ ਜੀ। ਓਕੇ, ਬਰਥਡੇ ਬੈਕਗ੍ਰਾਉਂਡਸ ਨੇ, ਤੁਸੀਂ ਬਰਥਡੇ ਇੱਥੇ ਆ ਕੇ ਸੈਲੀਬ੍ਰੇਟ ਕਰ ਸਕਦੇ ਹੋ। ਐਂਡ ਇਹਦੇ ਪਿੱਛੇ ਦੇਖੋ ਆ ਵਾਈਟ ਵਿੱਚ ਲੰਮੀਆਂ ਨਾ ਲਾਈਟਸ ਲੱਗੀਆਂ ਹੋਈਆਂ। ਰਾਤੀ ਵਿਊ ਬਹੁਤ ਅੱਛਾ ਹੁੰਦਾ ਐਂਡ ਵਿਊ ਬਹੁਤ ਜ਼ਿਆਦਾ ਡਿਫਰੈਂਟ ਹੁੰਦਾ ਰਾਤ ਦਾ। ਗ੍ਰਾਸ ਇੰਨਾ ਅੱਛਾ ਹੈ, ਮੇਰਾ ਜੀ ਕਰਦਾ ਕਿ ਮੈਂ ਨੰਗੇ ਪੈਰੀ ਇੱਥੇ ਗ੍ਰਾਸ ਤੇ ਜਿਹੜਾ ਮੈਂ ਚੱਲਾਂ ਤਾਂ ਮਜ਼ਾ। ਐਂਡ ਇੱਥੇ ਡਕਸ ਆ ਗਈਆਂ। ਆਪਾਂ ਇਹਨਾਂ ਨੂੰ ਖੋਲਣ ਲੱਗੇ ਸੀ, ਖੋਲਣ ਲੱਗੇ ਇਹਨਾਂ ਨੂੰ ਨਹੀਂ ਹੁੰਦਾ। ਸੋ ਮੈਨੂੰ ਨਾ ਇੱਕ ਅੱਛਾ, ਬਹੁਤ ਜਾਣੇ ਪੁੱਛ ਰਹੇ ਨੇ ਹੈਗਾ ਕਿੱਥੇ? ਇਟ ਇਜ਼ ਇਨ ਫਾਜ਼ਿਲਕਾ ਦੇ ਵਿੱਚ। ਐਂਡ ਕਹਿੰਦੇ ਕਿ ਡਕਸ ਜਿਹੜੀਆਂ ਨੇ ਇੱਕ ਕਰਕੇ ਉਤਰਨਗੀਆਂ ਐਂਡ ਵੀ ਵਿਲ ਸੀ। Oh, see, the best thing we are going to see now. PS ਸਿੱਧੂ ਜੀ, this is in ਫਾਜ਼ਿਲਕਾ। ਨਰਿੰਦਰ ਸਿੰਘ ਜੀ ਓਨਰ ਹੈਗੇ ਨੇ ਇੱਥੋਂ ਦੇ, ਮੈਂ ਨੰਬਰ ਪਾਇਆ ਹੋਇਆ, you can talk to him. Thank you so much ਕਿ ਤੁਸੀਂ ਦੇਖ ਰਹੇ ਹੋ। And we are waiting for the ducks to come down.
ਓਕੇ ਬਹੁਤ ਸੋਹਣੀ ਲਾਈਟਿੰਗ ਕਰਦੇ they are about to start आगे देखो ਦੇਖਿਆ ਕੁਦਰਤ ਪੂਰੀ ਡਿਸਪਲਿਨ ਚ ਨੀਚੇ ਆ ਰਹੇ ਆ ਤੇ ਅਸੀਂ ਟਿਕਟ ਲੈਣ ਲਈ मूवी दी इन्ना परेशान कर दिंदे वेरी नाइस वेरी वेरी ब्यूटीफुल दैट्स ग्रेट सो दिस इज अगेन किड्स सेक्शन किड्स लिए बड़ा अच्छा इन्होंने बनाया बट इट इज़ फॉर एवरीबडी ਇਹ ਕੋਈ ਤੁਸੀਂ ਕਿਸੇ ਤਰ੍ਹਾਂ ਦਾ ਸ਼ੂਟ ਕਰਨਾ ਹੈ ਜਾਂ ਕੋਈ ਐਨੀਵਰਸਰੀ ਸੈਲੀਬ੍ਰੇਟ ਕਰਨੀ ਆ ਆਪਣੇ ਮੰਮੀ ਪਾਪਾ ਦੀ ਹਸਬੈਂਡ ਵਾਈਫ ਨੇ ਕਰਨੀ ਆ ਨਿਊਲੀ ਮੈਰਿਡ ਹੋ ਸੋ ਦੇ ਹੈਵ ਮਲਟੀਪਲ ਥੀਮਸ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਇੰਨੇ ਥੀਮਸ ਤੁਸੀਂ ਰੱਖੇ ਆ ਇਜ਼ ਇਟ ਫॉर ਕਿ ਕੋਈ ਜਣਾ ਬਾਹਰੋਂ ਆ ਕੇ ਸ਼ੂਟ ਕਰ ਲੇ ਸੋ ਉਹਨਾਂ ਨੇ ਮੈਨੂੰ ਦੱਸਿਆ ਕਿ ਇਟ ਇਜ਼ ਨਾਟ ਕਿ ਮੈਨੂੰ ਇਦਾਂ ਦਾ ਕੁਝ ਨਹੀਂ ਕਿ ਬਾਹਰੋਂ ਆ ਕੇ ਕੋਈ ਸ਼ੂਟ ਕਰੇ ਜੋ ਵੀ ਮੈਂ ਅੰਦਰ ਬਣਾਇਆ ਹੈ ਇਹ ਜਿਹੜੀਆਂ ਫੈਮਲੀਜ਼ ਇੱਥੇ ਆਣਗੀਆਂ ਉਹ ਆਪਣੇ ਨੂੰ ਪਰਸਨਲੀ ਪ੍ਰਾਈਵੇਟਲੀ ਜਿਹੜਾ ਉਹ ਇਹ ਚੀਜ਼ ਜਿਹੜੀ ਆ ਇੰਜੋਏ ਕਰਨ ਸੋ ਖੁਦ ਬੜੇ ਉਹਨਾਂ ਦੇ ਯੰਗ ਬੱਚੇ ਨੇ ਐਂਡ ਹੀ ਬਿਲੀਵਸ ਕਿ ਤੁਸੀਂ ਆਪਣੀ ਫੈਮਿਲੀ ਨਾਲ ਇੰਜੋਏ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਆ ਖਾਸ ਕਰਕੇ ਇੰਜੋਏ ਤੇ ਇੱਕ ਬਾਤ ਦੀ ਗੱਲ ਆ ਉਹਨਾਂ ਨਾਲ ਟਾਈਮ ਸਪੈਂਡ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਆ ਐਂਡ ਆਈ ਆਲਸੋ ਬਿਲੀਵ ਕਿ ਇਟ ਇਜ਼ ਵਨ ਆਫ ਦੀ ਪਰਫੈਕਟ ਪਲੇਸ ਕਿ ਤੁਸੀਂ ਆਪਣੇ ਫਰੈਂਡਸ ਤੇ ਫੈਮਿਲੀ ਨਾਲ ਇੱਥੇ ਜ਼ਰੂਰ ਤੁਸੀਂ ਆ ਸਕਦੇ ਹੋ ਐਂਡ ਆਈ ਲਾਈਕਡ ਇਟ ਮਾਰਨਿੰਗ ਦੇ ਵਿੱਚ ਜਦੋਂ ਅਸੀਂ ਇੱਥੇ ਵਾਕ ਕੀਤੀ ਤੇ ਐਵਰੀਥਿੰਗ ਇਜ਼ ਸੁਪਰ ਪਰ ਅਜੇ ਟਾਈਮ ਲੱਗੇਗਾ ਦੇ ਆਰ ਅਬਾਊਟ ਟੂ ਲਾਂਚ ਸੋ ਇੰਨੇ ਜਾਣੇ ਤੁਹਾਨੂੰ ਦੇਖ ਰਹੇ ਨੇ ਐਵਰੀਬਡੀ ਫਰਮ ਪੰਜਾਬ ਐਂਡ ਮੇ ਬੀ ਲੋਟ ਆਫ NRIs ਆਲਸੋ ਜਿਹੜੇ ਕਿ ਆਉਣ ਵਾਲੇ ਨੇ ਪੰਜਾਬ ਸੋ ਵਾਟ ਇਜ਼ ਯੂਰ ਮੈਸੇਜ ਫॉर them ਉਹਨਾਂ ਲਈ ਕੀ ਮੈਸੇਜ ਆ ਮੈਸੇਜ ਹੈ ਜੀ ਸਭ ਤੋਂ ਪਹਿਲਾਂ ਤਾਂ ਨੇਚਰ ਨੂੰ ਆਪਾਂ ਵੇਖਣਾ ਸਪੋਰਟ ਕਰੋ ਤੇ ਸਭ ਤੋਂ ਵੱਡੀ ਹੈ ਕਿ ਵੀ ਮੈਂ ਬਹੁਤ ਹੀ ਕ੍ਰੀਏਟਿਵ ਮਾਈਂਡ ਨਾਲ ਇਸ ਚੀਜ਼ ਨੂੰ ਬਣਾਇਆ ਤੇ ਜਦੋਂ ਤੁਸੀਂ ਆਓਗੇ ਮੈਂ ਐਪਰੀਸ਼ੀਏਟ ਹੋਊਂਗਾ ਸ਼ਾਇਦ ਮੇਰੀ ਲਾਈਫ ਵੀ ਲੰਮੀ ਹੋ ਠੀਕ ਹੈ ਸੋ ਥੈਂਕ ਯੂ ਸੋ ਮਚ ਫॉर ਬੀਇੰਗ ਔਨ ਆਰ ਪੇਜ ਥੈਂਕ ਯੂ ਸੋ ਨਰਿੰਦਰ ਜੀ ਨੂੰ ਆਲਮੋਸਟ 3 ਇਅਰਸ ਹੋ ਗਏ ਨੇ ਇਸ ਪ੍ਰੋਜੈਕਟ ਤੇ ਕੰਮ ਕਰਦੇ ਬੜੀ ਜਾਨ ਨਾਲ ਦਿਲ ਨਾਲ ਮਨ ਨਾਲ ਉਹਨਾਂ ਨੇ ਜਿਹੜਾ ਇਹ ਪ੍ਰੋਜੈਕਟ ਜਿਹੜਾ ਤਿਆਰ ਕੀਤਾ ਹੈ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਹੀ ਹੈਡ ਆਲ ਦੀ ਆਪਸ਼ਨਸ ਉਹਨਾਂ ਕੋਲ ਆਪਸ਼ਨ ਸੀ ਕਿ ਉਹ ਆਪਣੇ ਬੱਚਿਆਂ ਨੂੰ ਪੈਸੇ ਦੇ ਕੇ ਬਾਹਰ ਭੇਜ ਸਕਦੇ ਸੀ ਹੀ ਕੈਨ ਅਫੋਰਡ ਅ ਗੁੱਡ ਹਾਊਸ ਇਨ ਅ ਸਿਟੀ ਮਤਲਬ ਜ਼ਿੰਦਗੀ ਦੇ ਕਿਉਂਕਿ ਕਈਆਂ ਨੂੰ ਪਛਤਾਨੀ ਬਲੈਸਡ ਹੁੰਦੇ ਆ ਉਹਨਾਂ ਕੋਲ ਜਾਇਦਾਦ ਜਿਹੜੀ ਹੁੰਦੀ ਆ ਬਟ ਫਿਰ ਵੀ ਆਪਣੀ ਜਗ੍ਹਾ ਤੇ ਜਿੱਥੇ ਕਿ ਆਪਣੇ ਪੇਰੈਂਟਸ ਰਹਿੰਦੇ ਹੋਣ ਜਾਂ ਜਿੱਥੇ ਉਹ ਜੰਮੇ ਪਲੇ ਹੋਣ ਉਸ ਜਗ੍ਹਾ ਤੇ ਕੁਝ ਕ੍ਰੀਏਟ ਕਰਨਾ ਤੇ ਅੰਦਰੋਂ ਇੱਛਾ ਰੱਖਣਾ ਕਿ ਹਰ ਮਤਲਬ ਲੋਕ ਜਿਹੜੇ ਉਹ ਸਾਡੇ ਪਿੰਡ ਆਉਣ ਇਹੀ ਤੇ ਮੇਰੀ ਇੱਛਾ ਹੈ ਇਹੀ ਉਹਨਾਂ ਦੀ ਇੱਛਾ ਹੈ ਇਹੀ ਬਹੁਤ ਸਾਰੇ ਅੱਗੋਂ ਐਂਟਰਪ੍ਰੀਨਿਓਰਸ ਦੀ ਬਹੁਤ ਸਾਰੇ ਬਿਜ਼ਨਸਮੈਨ ਦੀ ਜਾਂ ਜਿਹੜੇ ਸੋਸ਼ਲ ਐਂਟਰਪ੍ਰੀਨਿਓਰਸ਼ਿਪ ਮੈਂ ਕਹਾਂਗੀ ਕਿ ਜਿਹੜੇ ਸੋਸ਼ਲ ਨੇ ਮਨ ਦੇ ਵਿੱਚ ਕੋਈ ਅੱਛਾ ਕਾਜ਼ ਸੋਚ ਕੇ ਵੀ ਆਪਣੀ ਜਗ੍ਹਾ ਤੇ ਜਿਹੜਾ ਉਹ ਇਨਵੈਸਟ ਕਰਦੇ ਨੇ ਇਟ ਇਜ਼ ਅ ਬਿਗ ਇਨਵੈਸਟਮੈਂਟ ਰਾਈਟ ਸਾਨੂੰ ਲੱਗਦਾ ਹੈ ਕਿ ਮਡ ਹਾਊਸ ਆ ਜਾਂ ਟੈਂਟ ਹਾਊਸ ਆ ਮੇ ਬੀ ਕੋਈ ਨਾ ਘੱਟ ਪੈਸੇ ਲੱਗ ਜਾਂਦੇ ਪਰ ਪੈਸੇ ਕਿਤੇ ਵੀ ਘੱਟ ਨਹੀਂ ਲੱਗਦੇ ਕਿਉਂਕਿ ਜਦੋਂ ਤੁਸੀਂ ਇੰਨੀ ਜ਼ਮੀਨ ਇੱਕ ਚੀਜ਼ ਨੂੰ ਦੇਤੀ ਕਿ ਜਿੱਥੇ ਤੁਸੀਂ ਹੋਰ ਬੜਾ ਕੁਝ ਕਰ ਸਕਦੇ ਜੇ ਜਿਹੜਾ ਕਿ ਤੁਹਾਨੂੰ ਛੋਟੇ ਛੋਟੇ ਪਾਰਟ ਦਾ ਵੀ ਬਹੁਤ ਮੁੱਲ ਆ ਪਰ ਇੱਕ ਜ਼ਮੀਨ ਨੂੰ ਤੁਸੀਂ ਇੱਕ ਸਾਈਡ ਤੇ ਰੱਖ ਦੇਣਾ ਕਿ ਇਹ ਪਾਰਟਿਕੂਲਰ ਬਿਜ਼ਨਸ ਇੱਥੇ ਸਟਾਰਟ ਕਰਾਂਗੇ ਫਿਰ 3-4 ਸਾਲ ਉਹਨੂੰ ਬਣਾਉਣਾ ਉਹ ਤੇ ਇਨਵੈਸਟ ਕਰਨਾ ਉਹਦੇ ਬਾਰੇ ਸੋਚਣਾ ਸੋ ਇਟ ਇਜ਼ ਅ ਪਰਫੈਕਟ ਐਗਜ਼ਾਮਪਲ ਕਿ ਪੰਜਾਬ ਨੂੰ ਇਹੋ ਜਿਹੇ ਹੀਲੇ ਵਸੀਲਿਆਂ ਦੀ ਲੋੜ ਆ ਪਰ ਮੈਂ ਇਹ ਜ਼ਰੂਰ ਐਡ ਕਰਨਾ ਚਾਹਾਂਗੀ ਕਿ ਪੰਜਾਬ ਨੂੰ ਹੀਲੇ ਵਸੀਲੇ ਉਹਨਾਂ ਦੇ ਥਰੂ ਇੰਨੀ ਲੋੜ ਨਹੀਂ ਹੈ ਜਿਹੜੇ ਕਿ ਇੱਕ ਜਗ੍ਹਾ ਤੇ ਪਹੁੰਚ ਚੁੱਕੇ ਨੇ ਸਾਡੇ ਥਰੂ ਸਾਡੇ ਜਿਹੜੇ ਬੱਚਿਆਂ ਦੇ ਥਰੂ ਇਹ ਚੀਜ਼ ਦੀ ਜ਼ਰੂਰਤ ਹੈ ਇਹੋ ਜਿਹੇ ਬਿਜ਼ਨਸ ਜਿਹੜੇ ਆ ਉਹ ਜਿਹੜੇ ਬੱਚੇ 20-25 ਸਾਲ ਦੀ ਉਮਰ ਤੱਕ ਪਹੁੰਚ ਗਏ ਨੇ ਉਹਨਾਂ ਵੱਲੋਂ ਵੀ ਇਹਦੇ ਵਿੱਚ ਯੋਗਦਾਨ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਪੰਜਾਬ 'ਚ ਬਿਲੀਵ ਕਰੀਏ ਅਸੀਂ ਆਪਣੇ ਪਿੰਡਾਂ ਤੇ ਬਿਲੀਵ ਕਰੀਏ ਆਪਣੀ ਜਗ੍ਹਾ ਤੇ ਬਿਲੀਵ ਕਰੀਏ ਕੋਈ ਵੀ ਬਿਜ਼ਨਸ ਸਾਡੇ ਮਨ 'ਚ ਆਉਂਦਾ ਅਸੀਂ ਉਹਨੂੰ ਜ਼ਰੂਰ ਜਿਹੜਾ ਆਪਣੇ ਇਲਾਕੇ ਦੇ ਵਿੱਚ ਓਪਨ ਕਰੀਏ ਕਿਉਂਕਿ ਇਹ ਲੋਕਲ ਲੈਵਲ ਤੇ ਬੜੀ ਜੌਬ ਜਨਰੇਟ ਕਰਦਾ
ਹੁਣ ਇੱਥੇ 100 ਲੋਕ ਆਣਗੇ, ਇਹੀ ਚੀਜ਼ ਮੈਂ ਆਈਟੀ ਕੰਪਨੀ 'ਚ ਵੀ ਆਪਣੀ ਦੇਖਦੀ ਕਿ ਇੱਥੇ ਜਦੋਂ ਰੋਜ਼ 100 ਲੋਕ ਆਣਗੇ ਤੇ ਦੁੱਧ ਜਿਹੜਾ ਉਹ ਪਿੰਡਾਂ ਤੋਂ ਹੀ ਆਏਗਾ, ਆਸ-ਪਾਸ ਦੇ ਪਿੰਡਾਂ ਤੋਂ ਦੁੱਧ ਆਏਗਾ, ਆਸ-ਪਾਸ ਦੇ ਪਿੰਡਾਂ ਤੋਂ ਸਬਜ਼ੀ ਆਏਗੀ, ਆਸ-ਪਾਸ ਦੇ ਪਿੰਡਾਂ ਤੋਂ ਕੋਈ ਵੀ ਚੀਜ਼ ਦੀ ਲੋੜ ਹੈ ਤੇ ਸਾਰਿਆਂ ਦੀ ਜਿਹੜੀ ਆ ਉਹ ਇਨਕਮ ਜਿਹੜੀ ਹੈ ਇਦਾਂ ਵੱਧਦੀ ਆ। ਤੁਹਾਡਾ ਇਲਾਕਾ ਇੰਪਰੂਵ ਹੁੰਦਾ, ਤੁਹਾਡਾ ਏਰੀਆ ਪ੍ਰਮੋਟ ਹੁੰਦਾ, ਲੋਕਾਂ ਨੂੰ ਪਤਾ ਲੱਗਦਾ ਤੁਹਾਡੇ ਇਲਾਕੇ ਬਾਰੇ। ਹੋ ਸਕਦਾ ਕਿ ਇਸ ਜਗ੍ਹਾ ਤੇ ਜਿੱਦਾਂ ਕਿ ਹੰਡਰਡਸ ਐਂਡ ਥਾਊਜ਼ੈਂਡਸ ਆਫ ਕਿੰਨੂ ਦੇ ਫਾਰਮਰਸ ਹੈਗੇ ਆ, ਕਿਹੜੇ ਦੇਸ਼ ਤੋਂ ਕਿਹੜਾ ਬੰਦਾ ਕਦੋਂ ਇੱਥੇ ਆ ਜਾਏ ਤੇ ਉਹਨੂੰ ਪਤਾ ਲੱਗੇ ਕਿ ਇਹ ਇਲਾਕਾ ਜਿਹੜਾ ਕਿੰਨੂਆਂ 'ਚ ਬੜਾ ਸਪੈਸ਼ਲ ਹੈਗਾ, ਸ਼ੂਗਰ ਕੇਨ 'ਚ ਬੜਾ ਸਪੈਸ਼ਲ ਹੈਗਾ ਤੇ ਕਿਹੋ ਜਿਹੀ ਉਹਨੂੰ ਡੀਲ ਮਿਲ ਜੇ ਇਸ ਪਿੰਡ ਨੂੰ, ਸਾਨੂੰ ਨਹੀਂ ਪਤਾ, ਰਾਈਟ। ਸੋ ਪਿੰਡਾਂ ਨੂੰ ਬੜੀ ਲੋੜ ਆਪਣੇ ਕਨੈਕਸ਼ਨ ਬਣਾਉਣ ਦੀ, ਗਲੋਬਲ ਹੋਣ ਦੀ, ਤੇ ਇਹੋ ਜਿਹੀਆਂ ਜਿਹੜੀਆਂ ਉਹ ਐਂਟਰਪ੍ਰੀਨਿਓਰਸ਼ਿਪ ਦੀਆਂ, ਬਿਜ਼ਨਸ ਦੀਆਂ ਜਿਹੜੀਆਂ ਉਹ ਉਪਰਾਲੇ ਕਰਨ ਦੀ ਬੜੀ ਜ਼ਰੂਰਤ ਆ। ਤੇ ਲਾਸਟ ਵਿੱਚ ਮੈਂ ਇਹ ਕਹਿਣਾ ਚਾਹਾਂਗੀ, ਇਹ ਮੇਰਾ ਸ਼ੌਂਕ ਆ ਕਿ ਜਦੋਂ ਵੀ ਕੋਈ ਨਵਾਂ ਬਿਜ਼ਨਸ ਖੋਲਦਾ ਹੈ ਤੇ ਮੈਂ ਉਹਨੂੰ ਜ਼ਰੂਰ ਜਿਹੜਾ ਸਾਰਿਆਂ ਦੇ ਅੱਗੇ ਲੈ ਕੇ ਆਵਾਂ। ਪਲੱਸ ਆਸ ਵੀ ਕਰਦੀ ਹਾਂ ਕਿ ਉਹ ਜਿਹੜੇ ਬਿਜ਼ਨਸ ਜਿਨ੍ਹਾਂ ਨੇ ਖੋਲ੍ਹਿਆ ਉਹ ਵੀ ਇਹਨੂੰ ਬੜੀ ਸ਼ਿੱਦਤ ਨਾਲ ਕਰਨ ਤਾਂ ਕਿ ਸਾਡਾ ਜਿਹੜਾ ਜੁੜਨ ਦਾ ਕੋਈ ਫਾਇਦਾ ਵੀ ਹੋਵੇ। ਸੋ ਜਿਵੇਂ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਫਿਰੰਗੀ ਢਾਬਾ ਹੈ ਇੱਕ ਰੈਸਟੋਰੈਂਟ, ਉਹ ਵੀ ਜਦੋਂ ਨਵਾਂ ਖੁੱਲ੍ਹਿਆ ਸੀ, ਸੋ ਆਈ ਸਟਾਰਟਡ ਵਿਜ਼ਿਟਿੰਗ ਦੇਅਰ। ਮੈਂ ਉਹਨੂੰ ਕਾਫੀ ਪ੍ਰਮੋਟ ਵੀ ਕੀਤਾ ਕਿਉਂਕਿ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਜਦੋਂ ਅਸੀਂ ਆਪਣੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਬਿਜ਼ਨਸ ਖੋਲਦੇ ਹਾਂ, ਉੱਥੇ ਅਸੀਂ ਇਨਵੈਸਟਮੈਂਟ ਕਰਦੇ ਹਾਂ, ਰਾਦਰ ਕਿ ਅਸੀਂ 25-30 ਲੱਖ ਰੁਪਇਆ ਲਾ ਕੇ ਅਸੀਂ ਦੂਜੇ ਕੰਟਰੀ 'ਚ ਜਾਈਏ ਤੇ ਉਹਨਾਂ ਦੇ ਅਸੀਂ ਗੁਲਾਮ ਹੋਈ ਜਾਈਏ। ਉੱਥੇ ਜਾ ਕੇ ਫਿਰ ਅਸੀਂ ਆਪਣੇ ਘਰਦਿਆਂ ਨੂੰ ਚੇਤਾ ਕਰੀਏ, ਮਿਸ ਕਰੀਏ, ਇੰਨੀ ਇਹ ਬ੍ਰੇਨ ਡਰੇਨ ਇੰਨਾ ਜ਼ਿਆਦਾ ਹੋ ਰਿਹਾ। ਸੋ ਇਟ ਵਾਜ਼ ਅ ਵੰਡਰਫੁਲ ਵਿਜ਼ਿਟ, ਇਟਸ ਅ ਗ੍ਰੇਟ ਵਿਜ਼ਿਟ। ਹੁਣ ਸੂਰਜ ਚੜ੍ਹ ਗਏ, ਆਈ ਥਿੰਕ ਇਸੇ ਲਈ ਵੀਡੀਓ ਇੰਨੀ ਲੰਬੀ ਕੀਤੀ ਕਿ ਸੂਰਜ ਜਿਹੜਾ ਚੜ੍ਹਦਾ ਤੁਹਾਨੂੰ ਦਿਖਾਣਾ ਇੱਥੇ। ਸੋ it is all sunshine now and beautiful view. So almost I have more than 200 people ਜਿਹੜੇ ਕਿ ਮੈਨੂੰ ਇਸ ਵਕਤ ਦੇਖ ਰਹੇ ਨੇ। ਤੁਹਾਨੂੰ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਕਿ ਤੁਸੀਂ ਨਰਿੰਦਰ ਜੀ ਨੂੰ, ਤੁਹਾਡੇ ਕੋਲ ਕਦੀ ਇੱਥੇ ਆਇਆ ਜਾਏ ਨਾ ਆਇਆ ਜਾਏ ਉਹ ਇੱਕ ਬਾਅਦ ਦੀ ਗੱਲ ਆ, ਪਰ ਤੁਸੀਂ ਨਰਿੰਦਰ ਜੀ ਨੂੰ ਜ਼ਰੂਰ ਕਾਲ ਕਰਕੇ ਜਿਹੜਾ ਐਨਕਰੇਜ ਕਰਨਾ ਐਂਡ ਇਸ ਉਪਰਾਲੇ ਲਈ ਜਿਹੜਾ ਉਹਨਾਂ ਨੂੰ ਵਧਾਈ ਦੇਣੀ ਆ। ਐਂਡ ਆਲ ਦੀ ਬੈਸਟ ਟੂ ਦ ਟੀਮ, ਆਲ ਦੀ ਬੈਸਟ ਟੂ ਹਿਮ। ਤੇ ਆਈ ਹੋਪ ਕਿ ਅਗਲੇ ਆਉਣ ਵਾਲੇ ਮਹੀਨਿਆਂ 'ਚ ਉਹ ਇਹਨੂੰ ਬਹੁਤ ਜ਼ਿਆਦਾ ਹੋਰ ਬੈਟਰ ਕਰਨਗੇ ਤਾਂ ਕਿ ਪੂਰੇ ਜਿਹੜੇ ਹਰ ਇੱਕ ਨੂੰ ਜਿਹੜਾ ਇੱਥੇ ਆ ਕੇ ਵਧੀਆ ਲੱਗੇ, ਸਟੈਂਡਰਡਸ ਪੂਰੇ ਮੈਚ ਹੋ ਸਕਣ। ਐਂਡ ਹੀ ਇਜ਼ ਡੂਇੰਗ ਅ ਵੰਡਰਫੁਲ ਜੋਬ। ਮੇਰੇ ਵੱਲੋਂ ਤੇ ਜ਼ਰੂਰ ਆ ਕਿ ਯੂ ਮਸਟ ਵਿਜ਼ਿਟ ਵਾਂਸ ਦਿਸ ਪਲੇਸ। ਸੋ ਥੈਂਕ ਯੂ ਸੋ ਮਚ ਫਾਜ਼ਿਲਕਾ, ਮੈਨੂੰ ਇੱਕ ਵਾਰ ਫੇਰ ਫਾਜ਼ਿਲਕਾ 'ਚ ਬੁਲਾਉਣ ਲਈ। ਤੇ ਇੱਥੋਂ ਦੇ ਲੋਕ ਜਿਹੜੇ ਉਹ ਬਹੁਤ ਪਿਆਰੇ ਨੇ ਤੇ ਮੈਂ ਕਾਫੀ ਵਾਰ ਫਾਜ਼ਿਲਕਾ ਆ ਚੁੱਕੀ ਹਾਂ ਐਂਡ ਮੇਰੀ ਇਹ ਸਾਰੇ ਟ੍ਰਿਪ ਜਿਹੜੇ ਉਹ ਬਹੁਤ ਅੱਛੇ ਰਹੇ ਨੇ। ਸੋ ਥੈਂਕ ਯੂ ਸੋ ਮਚ ਮਨਦੀਪ ਕੌਰ ਸਿੱਧੂ, ਮੈਨੂੰ ਜੁਆਇਨ ਕਰਨ ਲਈ ਬਹੁਤ ਹੀ ਬਹੁਤ ਸ਼ੁਕਰੀਆ ਤੁਹਾਡਾ।